ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਬਾਈ ਪੰਜਾਬ ਦੇ ਉੱਤੇ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਰਾਜੇ, ਆਪਾਂ ਇੱਥੇ ਸਟਾਰਟ ਕੀਤੀ ਹੈ ਪੀ ਬਾਈ ਕਿਊ ਸੀਰੀਜ਼ ਆਪਣੇ ਆਉਣ ਵਾਲੇ ਪੇਪਰਾਂ ਵਾਸਤੇ। ਤਾਂ ਸਪੈਸ਼ਲ ਆਪਾਂ ਪੀਟੀ ਪਲੱਸ ਬੋਰਡ ਦੇ ਜਿੰਨੇ ਵੀ ਐਗਜ਼ਾਮ ਹੈ ਉਹਦੇ ਵਾਸਤੇ ਕੰਪਿਊਟਰ ਨੂੰ ਆਪਾਂ ਤਿਆਰੀ ਕਰ ਰਹੇ ਹਾਂ ਬਹੁਤ ਵਧੀਆ ਢੰਗ ਦੇ ਨਾਲ। ਤੇ ਅੱਜ ਜਿਹੜਾ ਪੇਪਰ ਮੈਂ ਤੁਹਾਨੂੰ ਅਨਾਲਿਸਿਸ ਕਰਾਉਣ ਜਾ ਰਿਹਾ ਰਾਜੇ, ਉਹ ਕਲਰਕ ਦਾ ਪੇਪਰ ਹੀ ਹੈ। ਤੇ ਤੁਹਾਨੂੰ ਪਤਾ ਵੀ ਹੁਣ ਵੀ ਕਲਰਕ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਹੈ, ਚਾਹੇ ਉਹ ਸਿੰਪਲ ਕਲਰਕ ਹੈ ਜਾਂ ਫਿਰ ਲੀਗਲ ਕਲਰਕ ਹੈ। ਠੀਕ ਹੈ, ਤੇ ਸਾਰਿਆਂ ਦੇ ਵਿੱਚ ਤੁਹਾਡੇ ਕੰਮ ਆਊਗਾ। ਤਾਂ ਪਲੀਜ਼ ਵੀਡੀਓ ਨੂੰ ਧਿਆਨ ਦੇ ਨਾਲ ਦੇਖਿਓ, ਬਹੁਤ ਵਧੀਆ ਢੰਗ ਨਾਲ ਤੁਹਾਨੂੰ ਕਰਾਇਆ ਜਾਊਗਾ। ਪੁਰਾਣੇ ਪੇਪਰ ਐਨਾਲਿਸਿਸ ਕਰਨ ਦੇ ਨਾਲ ਰਾਜੇ ਬਹੁਤ ਸਾਰੇ ਫਾਇਦੇ ਹੁੰਦੇ ਆ। ਫਾਇਦੇ ਕੀ ਹੁੰਦੇ ਆ? ਪਹਿਲਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ਸਿਰਫ ਥਿਊਰੀ ਪੜ੍ਹ ਰਹੇ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਸ ਤਰ੍ਹਾਂ ਐਮਸੀਕਿਊ ਆਉਣਗੇ। ਦੂਜਾ ਲੈਵਲ ਪਤਾ ਲੱਗ ਜਾਂਦਾ ਵੀ ਕਿੰਨੇ ਕੁ ਲੈਵਲ ਦੇ ਐਮਸੀਕਿਊ ਆ ਸਕਦੇ ਆ। ਬਾਕੀ ਰਿਵੀਜ਼ਨ ਆਪਣੀ ਬੈਸਟ ਹੋ ਜਾਂਦੀ ਹੈ। ਠੀਕ ਹੈ ਜੀ, ਤਾਂ ਚਲੋ ਸਟਾਰਟ ਕਰਦੇ ਹਾਂ। ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ, ਜਿਹੜੇ ਬੱਚੇ ਨਵੇਂ ਨੇ ਨਵੀਆਂ ਨਵੀਆਂ ਤੇ ਫ੍ਰੀ ਆਫ ਕਾਸਟ ਵੀਡੀਓ ਦੇਖਣ ਵਾਸਤੇ। ਤਾਂ ਚਲੋ ਜੀ ਸਟਾਰਟ ਕਰਦੇ ਹਾਂ ਆਪਾਂ। ਆਪਣੀ ਸਕਰੀਨ ਤੇ ਪਹਿਲਾ ਕੁਐਸਚਨ ਕੀ ਪਿਆ, ਤੁਸੀਂ ਕੋਸ਼ਿਸ਼ ਕਰਨੀ ਹੈ ਆਨਸਰ ਦੇਣ ਦੀ। ਤਾਂ ਇਹ ਟਿਕ ਦੇ ਉੱਪਰ ਨਹੀਂ ਜਾਣਾ ਰਾਜੇ। ਟਿਕ ਕਿਸੇ ਬੱਚੇ ਦਾ ਪੇਪਰ ਮੇਰੇ ਕੋਲੇ ਆਉਂਦਾ ਤਾਂ ਹੋ ਸਕਦਾ ਵੀ ਉਹਨੇ ਸਹੀ ਟਿਕ ਕੀਤਾ ਹੋਵੇ ਜਾਂ ਗਲਤ ਟਿਕ ਕੀਤਾ ਹੋਵੇ, ਉਹਦੇ ਵੱਲ ਧਿਆਨ ਨਹੀਂ ਦੇਣਾ। ਤਾਂ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਕੰਸੀਡਰਡ ਐਜ਼ ਅ ਹਾਰਡਵੇਅਰ। ਤਾਂ ਹਾਰਡਵੇਅਰ ਕੀ ਹੁੰਦਾ ਰਾਜੇ? ਜਿਹਨੂੰ ਆਪਾਂ ਟੱਚ ਕਰ ਸਕਦੇ ਹਾਂ, ਜਿਵੇਂ ਕੰਪਿਊਟਰ ਦਾ CPU ਹੁੰਦਾ, ਕੀਬੋਰਡ ਹੁੰਦਾ। ਤਾਂ ਹੇਠ ਲਿਖਿਆ ਵਿੱਚੋਂ ਕਿਹੜਾ ਹਾਰਡਵੇਅਰ ਨਹੀਂ ਹੈਗਾ? ਠੀਕ ਹੈ, ਤਾਂ CPU ਤਾਂ ਹਾਰਡਵੇਅਰ ਹੈ ਰਾਜੇ, ਜਿਹਨੂੰ ਆਪਾਂ ਸੈਂਟਰਲ ਪ੍ਰੋਸੈਸਿੰਗ ਯੂਨਿਟ ਕਹਿ ਦਿੰਦੇ ਆ। ਮੋਨੀਟਰ ਵੀ ਇੱਕ ਤਰ੍ਹਾਂ ਦਾ ਹਾਰਡਵੇਅਰ ਹੈ। ਹਾਰਡ ਡਿਸਕ ਵੀ ਇੱਕ ਤਰ੍ਹਾਂ ਦੀ ਹਾਰਡਵੇਅਰ ਹੈ। ਲੇਕਿਨ ਜਿਹੜੀ ਬਾਇਓਸ ਸੈਟਿੰਗ ਹੈ, ਬਾਇਓਸ ਕੀ ਹੁੰਦੀ ਹੈ? ਇੱਕ ਸੈਟਿੰਗਸ ਹੁੰਦੀ ਹੈ ਜਿਹੜੀ ਕਿ ਰੋਮ ਚਿਪ ਦੇ ਵਿੱਚ ਲੱਗੀ ਹੁੰਦੀ ਹੈ, ਰੀਡ ਓਨਲੀ ਮੈਮਰੀ ਦੇ ਵਿੱਚ ਲੱਗੀ ਹੁੰਦੀ ਹੈ। ਜਦੋਂ ਵੀ ਆਪਾਂ ਕੰਪਿਊਟਰ ਆਨ ਕਰਦੇ ਹਾਂ ਰਾਜੇ, ਹਰ ਵਾਰੀ ਕੀ ਚੱਲੂਗਾ? ਤੁਹਾਡਾ ਬਾਇਓਸ ਸਿਸਟਮ ਚੱਲੂਗਾ। ਬਾਇਓਸ ਕੀ ਹੁੰਦਾ ਰਾਜੇ? ਬੇਸਿਕ ਇਨਪੁਟ ਆਊਟਪੁੱਟ ਸਿਸਟਮ। ਠੀਕ ਹੈ, ਇਹ ਵੀ ਪੁੱਛ ਲੈਂਦੇ ਆ ਵੀ ਬਾਇਓਸ ਹੁੰਦਾ ਕੀ ਹੈ ਰਾਜੇ? ਬੇਸਿਕ ਇਨਪੁਟ ਤੇ ਆਊਟਪੁੱਟ ਸਿਸਟਮ ਬੋਲਦੇ ਆ ਇਹਨੂੰ। ਠੀਕ ਹੈ, ਧਿਆਨ ਚ ਰੱਖਣਾ ਜਦੋਂ ਵੀ ਆਪਣਾ ਕੰਪਿਊਟਰ ਆਨ ਹੋਊਗਾ ਉਹ ਚੈੱਕ ਕਰੂਗਾ ਵੀ ਜਿਹੜਾ ਆਪਣਾ ਹਾਰਡਵੇਅਰ ਹੈ ਪ੍ਰੋਪਰਲੀ ਅਟੈਚ ਹੈ, ਰੈਮ ਵਗੈਰਾ ਆਪਣੀ ਅਟੈਚ ਹੈ, ਆਪਰੇਟਿੰਗ ਸਿਸਟਮ ਸਹੀ ਲੋਡ ਹੋ ਰਿਹਾ। ਤਾਂ ਕਹਿਣ ਦਾ ਮਤਲਬ ਇਹ ਜਿਹੜਾ ਹੈਗਾ ਇੱਕ ਤਰ੍ਹਾਂ ਦੀ ਇੱਕ ਸੈਟਿੰਗ ਹੈ, ਸੌਫਟਵੇਅਰ ਟਾਈਪ ਹੈ, ਸੌਫਟ ਕਾਪੀ ਹੈ। ਠੀਕ ਹੈ ਜੀ, ਤਾਂ ਕਹਿਣ ਦਾ ਮਤਲਬ ਇਹ ਹਾਰਡਵੇਅਰ ਦੀ ਕੈਟਾਗਰੀ ਚ ਨਹੀਂ ਆਉਂਦਾ। ਤਾਂ ਬਾਇਓਸ ਸੈਟਿੰਗ ਕੀ ਆ ਜਾਊਗਾ? ਆਪਣਾ ਆਨਸਰ ਆ ਜਾਊਗਾ। ਨੈਕਸਟ ਚੱਲਦੇ ਹਾਂ ਜੀ ਆਪਾਂ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਸ਼ਾਰਟਕਟ ਕੀ ਇਜ਼ ਯੂਜ਼ਡ ਇਨ ਦਾ MS ਵਰਡ ਟੂ ਅਲਾਈਨ ਦਾ ਸਿਲੈਕਟਡ ਟੈਕਸਟ ਟੂ ਦਾ ਸੈਂਟਰ। ਅਲਾਈਨਮੈਂਟ ਕੀ ਹੁੰਦੀ ਰਾਜੇ? ਆਪਣੇ ਜਿਵੇਂ ਹੁਣ ਮੰਨ ਲਓ ਜਿਵੇਂ ਆ ਲਿਖਿਆ ਹੋਇਆ ਬਾਈ ਡਿਫਾਲਟ ਜੇ ਆਪਾਂ ਕੋਈ ਵੀ ਕੰਮ ਕਰਦੇ ਹਾਂ ਤਾਂ ਲੈਫਟ ਤੋਂ ਅਲਾਈਨ ਹੁੰਦਾ ਹੈ, ਲੈਫਟ ਸਾਈਡ ਤੋਂ ਅਲਾਈਨ ਹੁੰਦਾ ਹੈ। ਠੀਕ ਹੈ, ਤਾਂ ਰਾਈਟ ਸਾਈਡ ਵੀ ਅਲਾਈਨ ਕਰ ਸਕਦੇ ਹਾਂ ਆਪਾਂ, ਸੈਂਟਰ ਵੀ ਕਰ ਸਕਦੇ ਹਾਂ, ਜਸਟੀਫਾਈ ਵੀ ਕਰ ਸਕਦੇ ਹਾਂ। ਠੀਕ ਹੈ ਜੀ, ਤਾਂ ਲੈਫਟ ਲਾਈਨ ਦਾ ਮਤਲਬ ਕੀ ਹੁੰਦਾ ਰਾਜੇ? ਜੇ ਮੰਨ ਲਓ ਇਹ ਲੈਫਟ ਸਾਈਡ ਤੋਂ ਮੇਰਾ ਕੀ ਹੋਊਗਾ? ਇਕੁਅਲ ਹੋਊਗਾ। ਰਾਈਟ ਸਾਈਡ ਤੋਂ ਕੀ ਹੋ ਸਕਦਾ? ਅਨਇਕੁਅਲ ਹੋ ਸਕਦਾ ਹੈ। ਤਾਂ ਰਾਈਟ ਅਲਾਈਨਮੈਂਟ ਦਾ ਮਤਲਬ ਕੀ ਹੈ ਕਿ ਲੈਫਟ ਸਾਈਡ ਤੋਂ ਕੀ ਹੋ ਸਕਦਾ? ਅਨਇਕੁਅਲ ਹੋ ਸਕਦਾ, ਲੇਕਿਨ ਰਾਈਟ ਸਾਈਡ ਤੋਂ ਕੀ ਹੋਊਗਾ? ਇਕੁਅਲ ਹੋਊਗਾ। ਸੈਂਟਰ ਦਾ ਮਤਲਬ ਕੀ ਹੈ? ਦੋਨੇ ਸਾਈਡ ਤੇ ਕੀ ਹੋਊਗਾ? ਲਗਭਗ ਬਰਾਬਰ ਹੀ ਹੋਊਗਾ। ਠੀਕ ਹੈ, ਪਰ ਜੇ ਜਸਟੀਫਾਈ ਦੀ ਗੱਲ ਕਰੀਏ ਰਾਜੇ, ਜਸਟੀਫਾਈ ਇੱਕ ਸਪੈਸ਼ਲ ਅਲਾਈਨਮੈਂਟ ਹੁੰਦੀ ਹੈ ਜਿਹੜੀ ਕਿ ਮੈਗਜ਼ੀਨ ਵਾਸਤੇ, ਨਿਊਜ਼ਪੇਪਰ ਵਾਸਤੇ ਵਰਤੀ ਜਾਂਦੀ ਹੈ, ਜਾਂ ਫਿਰ ਜਿੱਥੇ ਆਪਾਂ ਆਰਟੀਕਲ ਵਗੈਰਾ ਲਿਖਦੇ ਹਾਂ। ਤਾਂ ਹੁਣ ਸ਼ਾਰਟਕਟ ਕੀ ਪੁੱਛੀ ਹੈ? ਸ਼ਾਰਟਕਟ ਕੀ ਸੈਂਟਰ ਦੀ ਪੁੱਛਦਾ, ਕਿਉਂਕਿ ਜਿਹੜੀ ਸੈਂਟਰ ਦੀ ਸ਼ਾਰਟਕਟ ਕੀ ਹੈ ਸਭ ਤੋਂ ਵੱਖਰੀ ਹੈ। ਕਿਉਂ ਵੱਖਰੀ ਹੈ ਤੁਹਾਨੂੰ ਮੈਂ ਦੱਸੂਗਾ ਕਹਾਣੀ। ਠੀਕ ਹੈ ਜੀ, ਹੁਣ ਤੁਹਾਨੂੰ ਇੱਕ ਵਾਰੀ ਮੈਂ ਇੱਕ ਫੋਟੋ ਦਿਖਾ ਦੇਵਾਂ। ਆ ਫੋਟੋ ਆ ਦੇਖੋ, ਤੁਹਾਡੇ ਵਰਡ ਦੇ ਵਿੱਚ ਜਾਓਗੇ ਤੁਹਾਨੂੰ ਆ ਅਲਾਈਨਮੈਂਟ ਮਿਲ ਜੂਗੀ। ਇਹਨੂੰ ਲੈਫਟ ਅਲਾਈਨਮੈਂਟ ਕਹਿ ਦਿੰਦੇ ਆ। ਆ ਸੈਂਟਰ ਅਲਾਈਨਮੈਂਟ ਹੈ ਤੁਹਾਡੀ। ਠੀਕ ਹੈ ਜੀ, ਆ ਤੁਹਾਡੀ ਰਾਈਟ ਅਲਾਈਨਮੈਂਟ ਹੈ। ਠੀਕ ਹੈ, ਆ ਹੈਗੀ ਜਸਟੀਫਾਈ। ਹੁਣ ਦੇਖੋ ਜੇ ਮੈਂ ਲੈਫਟ ਅਲਾਈਨਮੈਂਟ ਦੀ ਗੱਲ ਕਰਾਂ ਰਾਜੇ, ਲੈਫਟ ਅਲਾਈਨਮੈਂਟ ਬਾਈ ਡਿਫਾਲਟ ਲੈਫਟ ਅਲਾਈਨਮੈਂਟ ਹੁੰਦੀ ਹੈ। ਪੁੱਛ ਲੈਂਦੇ ਆ ਕਿ ਬਾਈ ਡਿਫਾਲਟ ਕੀ ਹੁੰਦੀ ਹੈ? ਲੈਫਟ ਹੁੰਦੀ ਹੈ। ਇਹਦੀ ਸ਼ਾਰਟਕਟ ਕੀ ਹੈ? ਕੰਟਰੋਲ ਨੱਪ ਦੋ ਪਲੱਸ L ਨੱਪ ਦੋ ਲੈਫਟ। ਠੀਕ ਹੈ, ਸੌਖੀ ਹੈ, ਇਸ ਕਰਕੇ ਨਹੀਂ ਪੁੱਛਦਾਗਾ। ਤਾਂ ਰਾਈਟ ਦੀ ਅਗਰ ਪੁੱਛੂਗਾ ਤਾਂ ਕੰਟਰੋਲ ਪਲੱਸ R ਹੋਗੀ। ਜੇ ਜਸਟੀਫਾਈ ਦੀ ਪੁੱਛੂਗਾ ਰਾਜੇ ਕੰਟਰੋਲ ਪਲੱਸ, ਠੀਕ ਹੈ, J ਹੋ ਗਿਆ। ਤਾਂ ਕਹਿਣ ਦਾ ਮਤਲਬ ਇਹ ਤਾਂ ਸੌਖੀਆਂ ਸੀਗੀਆਂ, ਨਹੀਂ ਪੁੱਛਦਾ। ਠੀਕ ਹੈ, ਹੁਣ ਸੈਂਟਰ ਅਲਾਈਨਮੈਂਟ ਤਾਂ ਪੁੱਛਦਾ ਰਾਜੇ ਕਿਉਂਕਿ ਜੇ ਮੈਂ ਹੁਣ ਗੱਲ ਕਰਾਂ, ਤੁਸੀਂ ਕਹੋਗੇ ਸਰ ਜੀ ਸੈਂਟਰ ਵਾਸਤੇ ਕੰਟਰੋਲ ਪਲੱਸ C ਹੋ ਸਕਦੀ ਹੈ। ਤਾਂ ਬਿਲਕੁਲ ਰੋਂਗ ਆਂਸਰ ਹੈ, ਕਿਉਂਕਿ ਕੰਟਰੋਲ ਪਲੱਸ C ਕਾਹਦੇ ਵਾਸਤੇ ਹੁੰਦੀ ਰਾਜੇ? ਕਾਪੀ ਕਰਨ ਵਾਸਤੇ ਟੈਕਸਟ ਨੂੰ। ਠੀਕ ਹੈ, ਤੁਸੀਂ ਸ਼ਾਇਦ ਸੁਣਿਆ ਹੋਵੇ ਕੰਟਰੋਲ ਪਲੱਸ C ਕਾਹਦੇ ਵਾਸਤੇ ਵਰਤੀ ਜਾਂਦੀ ਹੈ? ਕਾਪੀ ਕਰਨ ਵਾਸਤੇ। ਤਾਂ ਹੁਣ D ਕੰਟਰੋਲ ਪਲੱਸ D ਕਿਹਦੇ ਵਾਸਤੇ ਵਰਤੀ ਜਾਂਦੀ ਹੈ? ਜੇ ਮੈਂ C ਦੀ ਗੱਲ ਕਰਦੇ ਹਾਂ, C ਰਿਜ਼ਰਵ ਸੀਗੀ, ਤਾਂ ਕੰਟਰੋਲ ਪਲੱਸ D ਆ ਗਈ। ਤਾਂ ਕੰਟਰੋਲ ਪਲੱਸ D ਕਾਹਦੇ ਵਾਸਤੇ ਹੁੰਦੀ ਰਾਜੇ? ਫਾਊਂਟ ਡਾਇਲੋਗ ਬਾਕਸ ਵਾਸਤੇ। ਫਾਊਂਟ ਡਾਇਲੋਗ ਬਾਕਸ ਖੋਲਣ ਵਾਸਤੇ। ਠੀਕ ਹੈ, ਫਾਊਂਟ ਡਾਇਲੋਗ ਬਾਕਸ ਕੀ ਹੁੰਦਾ? ਜਿਹਦੇ ਵਿੱਚ ਫਾਰਮੈਟਿੰਗ ਕਰਦੇ ਆ ਆਪਾਂ। ਠੀਕ ਹੈ, ਹੁਣ D ਤੋਂ ਬਾਅਦ ਕੀ ਆ ਗਿਆ ਜੀ? E। ਤਾਂ ਬਚਿਆ ਕੀ ਹੈ ਜੀ? E ਆਪਣੇ ਕੋਲੇ। ਤਾਂ ਰਾਈਟ ਆਂਸਰ ਕੀ ਬਣ ਜਾਊਗਾ? ਕੰਟਰੋਲ ਪਲੱਸ E। ਤਾਂ ਕੰਟਰੋਲ ਪਲੱਸ E ਹੁੰਦਾ ਰਾਜੇ ਤੁਹਾਡਾ ਸੈਂਟਰ ਅਲਾਈਨਮੈਂਟ ਵਾਸਤੇ। ਇੰਨੀ ਵਾਰੀ ਕੁਐਸਚਨ ਪੁੱਛਿਆ ਜਾਂਦਾ, ਇਹ ਬਹੁਤ ਵਾਰੀ ਆਉਂਦਾ ਕੁਐਸਚਨ, ਬੱਚੇ ਬਹੁਤ ਗਲਤ ਕਰਕੇ ਆਉਂਦੇ ਆ, ਤੁਸੀਂ ਧਿਆਨ ਰੱਖਣਾ। ਠੀਕ ਹੈ ਜੀ, ਤਾਂ ਇਹਦੇ ਵਿੱਚ ਬਾਕੀ ਆਪਸ਼ਨਾਂ ਦੇ ਵੱਲ ਵੀ ਆਪਾਂ ਇੱਕ ਵਾਰੀ ਨਿਗਾਹ ਮਾਰ ਲੈਂਦੇ ਆ, ਕਿਉਂਕਿ ਬਾਕੀ ਆਪਸ਼ਨਾਂ ਤੁਹਾਨੂੰ ਹੋ ਸਕਦਾ ਵੀ ਨਾ ਪਤਾ ਹੋਣ। ਤਾਂ ਬਾਕੀਆਂ ਆਪਸ਼ਨਾਂ ਮੈਂ ਤੁਹਾਨੂੰ ਐਕਸਪਲੇਨ ਕਰ ਦਿੰਦਾ। ਹੁਣ ਕੰਟਰੋਲ ਪਲੱਸ ਜੇ ਤੁਹਾਨੂੰ ਮੈਂ ਦੱਸਦਾ ਜਸਟੀਫਾਈ ਵਾਸਤੇ, ਇਹ ਆਪਣਾ ਰਾਈਟ ਆਂਸਰ ਸੀਗਾ ਕੰਟਰੋਲ ਪਲੱਸ E। ਕੰਟਰੋਲ ਪਲੱਸ C ਕਾਹਦੇ ਵਾਸਤੇ ਹੁੰਦਾ ਰਾਜੇ? ਕਾਪੀ ਕਰਨ ਵਾਸਤੇ ਟੈਕਸਟ ਨੂੰ। ਤੇ ਕੰਟਰੋਲ ਪਲੱਸ A ਕਾਹਦੇ ਵਾਸਤੇ ਹੁੰਦਾ? ਸਿਲੈਕਟ ਆਲ। ਠੀਕ ਹੈ, ਜੋ ਵੀ ਡਾਕੂਮੈਂਟ ਦੇ ਵਿੱਚ ਲਿਖਿਆ ਗਿਆ, ਠੀਕ ਹੈ, ਜੋ ਵੀ ਲਿਖਿਆ ਹੋਊਗਾ ਸਾਰਾ ਕੀ ਹੋ ਜਾਊਗਾ? ਸਿਲੈਕਟ ਹੋ ਜਾਊਗਾ। ਤਾਂ ਕਲੀਅਰ ਹੈ ਜੀ।
ਤਾਂ ਨੈਕਸਟ ਆਪਾਂ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਦੇ ਵਿੱਚ ਬਹੁਤ ਸੌਖਾ ਕੁਐਸਚਨ ਹੈ, ਕਹਿੰਦਾ ਜੀ ਆਈਪੀ ਇਨ ਦਾ ਇੰਟਰਨੈਟ ਇਜ਼। ਆਈਪੀ ਦੀ ਫੁੱਲ ਫਾਰਮ ਪੁੱਛ ਰਿਹਾ ਰਾਜੇ, ਠੀਕ ਹੈ ਜੀ। ਇੱਕ ਪ੍ਰੋਟੋਕਾਲ ਹੁੰਦਾ ਹੈ ਟੀਸੀਪੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਟਰਾਂਸਮਿਸ਼ਨ ਕੰਟਰੋਲ ਪ੍ਰੋਟੋਕਾਲ, ਜਿਹੜੀ ਕਿ ਜਿਵੇਂ ਮੰਨ ਲਓ ਆ ਸੈਂਡਰ ਹੈ, ਇਹ ਰਿਸੀਵਰ ਹੈ, ਇਹਦੇ ਵਿਚਕਾਰ ਕਮਿਊਨੀਕੇਸ਼ਨ ਹੁੰਦੀ ਹੈ, ਡਾਟਾ ਸੈਂਡ ਹੁੰਦਾ ਹੈ, ਟਰਾਂਸਮਿਟ ਹੁੰਦਾ ਹੈ, ਉਹਨੂੰ ਲਿਜਾਣ ਦਾ ਕੰਮ ਕਰਦਾ, ਠੀਕ ਹੈ, ਪਹੁੰਚਾਉਣ ਦਾ ਕੰਮ ਕਰਦਾ, ਠੀਕ ਹੈ, ਟੀਸੀਪੀ। ਤੇ ਇਹਦੇ ਨਾਲ ਇੱਕ ਪ੍ਰੋਟੋਕਾਲ ਹੋਰ ਯੂਜ਼ ਹੁੰਦਾ ਰਾਜੇ, ਆਈਪੀ, ਠੀਕ ਹੈ। ਆਈਪੀ ਕੀ ਹੁੰਦਾ ਜੀ, ਇੰਟਰਨੈਟ ਪ੍ਰੋਟੋਕਾਲ। ਹੁਣ ਜਿੰਨੇ ਵੀ ਆਪਣੇ ਕੰਪਿਊਟਰ ਹੈਗੇ ਆ ਨੈਟਵਰਕ ਦੇ ਵਿੱਚ, ਉਹਨਾਂ ਦਾ ਇੱਕ ਖਾਸ ਐਡਰੈਸ ਹੁੰਦਾ ਜਿਹਨੂੰ ਕਹਿ ਦਿੰਦੇ ਆ ਆਈਪੀ ਐਡਰੈਸ। ਹੁਣ ਮੰਨ ਲਓ ਆਪਾਂ ਕਿਤੇ ਕੋਈ ਚੀਜ਼ ਲੈ ਕੇ ਜਾਣੀ ਆ, ਆਪਾਂ ਟਰਾਂਸਪੋਰਟ ਕਰਨੀ ਆ, ਮੰਨ ਲਓ ਆਪਾਂ ਡਰਾਈਵਰ ਸੀਗੇ, ਆਪਾਂ ਕੋਈ ਚੀਜ਼ ਲੈ ਕੇ ਜਾਣੀ ਹੈ, ਜੇ ਆਪਾਂ ਨੂੰ ਐਡਰੈਸ ਪਤਾ ਹੋਊਗਾ ਆਪਾਂ ਤਾਂ ਹੀ ਲੈ ਕੇ ਜਾਵਾਂਗੇ ਨਾ। ਤਾਂ ਟੀਸੀਪੀ ਵੀ ਤਾਂ ਹੀ ਲੈ ਕੇ ਜਾਊਗਾ ਜੇ ਉਹਨੂੰ ਆਈਪੀ ਪਤਾ ਹੋਊਗਾ। ਤਾਂ ਆਈਪੀ ਕੀ ਹੈ, ਇੱਕ ਤਰ੍ਹਾਂ ਦਾ ਐਡਰੈਸ ਹੈ ਨੈਟਵਰਕ ਦੇ ਉੱਪਰ ਕਿਸੇ ਵੀ ਨੋਡ ਦਾ। ਨੋਡ ਕੀ ਹੁੰਦੀ ਹੈ ਰਾਜੇ, ਨੋਡ ਕੰਪਿਊਟਰ ਨੂੰ ਨੋਡ ਕਹਿ ਦਿੰਦੇ ਨੈਟਵਰਕ ਦੇ ਵਿੱਚ। ਤਾਂ ਆਈਪੀ ਦੀ ਫੁੱਲ ਫਾਰਮ ਕੀ ਹੁੰਦੀ ਹੈ, ਬਹੁਤ ਸੌਖਾ, ਤੁਹਾਨੂੰ ਪਤਾ ਹੀ ਹੋਊਗਾ ਰਾਜੇ, ਇਹਨੂੰ ਕਹਿ ਦਿੰਦੇ ਆ ਇੰਟਰਨੈਟ ਪ੍ਰੋਟੋਕਾਲ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆ, ਇੰਟਰਨੈਟ ਪ੍ਰੋਟੋਕਾਲ। ਹੁਣ ਤੁਹਾਡੇ ਵਾਸਤੇ ਖਾਸ ਗੱਲ ਕੀ ਹੈ, ਚਾਹੇ ਇਕੱਲਾ ਆਈਪੀ ਲਿਖਿਆ ਹੋਵੇ ਜਾਂ ਫਿਰ IP4 ਲਿਖਿਆ ਹੋਵੇ, ਇੱਕੋ ਗੱਲ ਹੀ ਹੁੰਦੀ ਹੈ। ਆਈਪੀ ਦੇ ਰਾਜੇ ਦੋ ਵਰਜ਼ਨ ਆਏ ਸੀਗੇ। ਪਹਿਲਾ ਜਿਹੜਾ ਵਰਜ਼ਨ ਹੈਗਾ ਉਹਨੂੰ ਕੱਲਾ ਇੰਟਰਨੈਟ ਆਈਪੀ ਵੀ ਕਹਿ ਦਿੰਦੇ ਆ, ਜਾਂ ਫਿਰ ਉਹਨੂੰ ਆਪਾਂ IP4 ਕਹਿ ਸਕਦੇ ਆ, ਵਰਜ਼ਨ 4 ਕਹਿ ਦਿੰਦੇ ਆ। ਇਸ ਤੋਂ ਬਾਅਦ ਇੱਕ ਨਵਾਂ ਵਰਜ਼ਨ ਆਇਆ ਸੀਗਾ ਆਈਪੀ, ਠੀਕ ਹੈ, ਵਰਜ਼ਨ 6, ਠੀਕ ਹੈ ਜੀ। ਹੁਣ ਪੁੱਛਦੇ ਕੀ ਹੈ ਰਾਜੇ, ਠੀਕ ਹੈ, ਆਨੂੰ ਛੱਡ ਦੋ, ਠੀਕ ਹੈ ਜੀ, ਇਹਨੂੰ ਛੱਡ ਦੋ। ਪੁੱਛਦੇ ਕੀ ਹੈ ਜੀ, ਕਹਿੰਦੇ ਇਹ ਜਿਹੜਾ ਆਈਪੀ ਹੈਗਾ ਜਾਂ IP4 ਹੈਗਾ ਕਿੰਨੇ ਬਿਟ ਲੌਂਗ ਹੁੰਦਾ ਰਾਜੇ, ਤਾਂ 32 ਬਿਟ ਲੌਂਗ ਹੁੰਦਾ, ਠੀਕ ਹੈ। ਇਹ 8-8 ਦੇ 4 ਖਾਨੇ ਬਣੇ ਹੁੰਦੇ ਆ। ਮੈਂ ਤੁਹਾਨੂੰ ਕਦੇ ਇਹਦੀ ਕਰਾਊਂਗਾ ਮਤਲਬ ਕਿ ਇੰਟਰਨਲ ਸਟਰਕਚਰ, ਵੈਸੇ ਮੈਂ ਕਰਵਾਈ ਵੀ ਹੋਈ ਹੈ, ਠੀਕ ਹੈ ਜੀ। ਹਾਈ ਲੈਵਲ ਦੇ ਵਿੱਚ ਕਲਰਕ ਆਈਟੀ ਵਗੈਰਾ ਵਿੱਚ ਪੁੱਛ ਲੈਂਦੇ ਆ। ਤਾਂ ਇਹ 8-8 ਬਿਟ ਦੇ ਹੁੰਦੇ ਆ, ਠੀਕ ਹੈ, ਤੇ 4 ਹੁੰਦੇ ਆ 8 ਚੌਕਾ 32, ਤਾਂ ਇਹਦੀ ਲੈਂਥ ਹੁੰਦੀ ਹੈ ਜੀ 32 ਬਿਟ। ਤਾਂ ਜਿਹੜਾ ਇਹ ਹੈਗਾ ਇਹਦਾ ਐਡਵਾਂਸ ਵਰਜ਼ਨ ਹੈ, ਐਡਵਾਂਸ ਵਰਜ਼ਨ ਕਰਕੇ ਕਿੰਨਾ ਹੁੰਦਾ ਜੀ 128 ਬਿਟ। ਤਾਂ ਇਹਦਾ ਕੀ ਆ, ਸਾਈਜ਼ ਕਹਿ ਲਓ, ਲੈਂਥ ਕਹਿ ਲਓ। ਇੱਕ ਚੀਜ਼ ਹੋਰ ਪੁੱਛ ਲੈਂਦੇ ਹੁੰਦੇ, ਜਿਹੜਾ ਆਈਪੀ ਵਰਜ਼ਨ 4 ਹੈ ਉਹ ਕਿਹੜੇ ਮਤਲਬ ਕਿ ਕਿਹੜੇ ਨੰਬਰ ਸਿਸਟਮ ਦੇ ਵਿੱਚ ਲਿਖਿਆ ਜਾਂਦਾ, ਤਾਂ ਡੈਸੀਮਲ ਨੰਬਰ ਸਿਸਟਮ ਦੇ ਵਿੱਚ ਲਿਖਿਆ ਜਾਂਦਾ। ਜਿਵੇਂ ਆ ਲਿਖਿਆ ਹੋਇਆ 192.149 ਹੈ ਨਾ, 252.76, ਠੀਕ ਹੈ, ਇਹ ਹੁੰਦਾ ਜੀ ਡੈਸੀਮਲ ਨੰਬਰ ਸਿਸਟਮ ਦੇ ਵਿੱਚ। ਪਰ ਜਿਹੜਾ ਇਹ IP6 ਹੁੰਦਾ ਰਾਜੇ, ਇਹਦੇ ਵਿੱਚ ਹੈਕਸਾਡੈਸੀਮਲ ਹੁੰਦਾ। ਹੈਕਸਾਡੈਸੀਮਲ ਕਿਹੜਾ ਹੁੰਦਾ, ਜਿਹਦਾ ਬੇਸ ਕਿੰਨਾ ਹੁੰਦਾ 16। ਕਿਹੜਾ ਨੰਬਰ ਸਿਸਟਮ ਹੁੰਦਾ, ਜਿਹਦਾ ਬੇਸ 16 ਹੁੰਦਾ। ਜੇ ਕਿਸੇ ਨੂੰ ਨਹੀਂ ਨੰਬਰ ਸਿਸਟਮ ਆਉਂਦੇ ਤਾਂ ਆਪਣੇ ਚੈਨਲ ਤੇ ਕਰਾਏ ਹੋਏ ਰਾਜੇ, ਹੈਕਸਾਡੈਸੀਮਲ, ਆਕਟਲ ਹੋ ਗਿਆ, ਬਾਈਨਰੀ ਹੋ ਗਿਆ, ਡੈਸੀਮਲ ਨੰਬਰ ਸਿਸਟਮ। ਤਾਂ ਇਹ ਯਾਦ ਰੱਖਣਾ, ਇਹ ਕੁਐਸਚਨ ਬਹੁਤ ਵਾਰੀ ਆਉਂਦਾ ਹੁੰਦਾ ਕਿ ਆਈਪੀ ਵਰਜ਼ਨ 6 ਨੂੰ ਕਿਹੜੇ ਫਾਰਮੈਟ ਦੇ ਵਿੱਚ ਲਿਖਿਆ ਜਾਂਦਾ, ਕਿਹੜੇ ਨੰਬਰ ਸਿਸਟਮ ਦੇ ਵਿੱਚ ਲਿਖਿਆ ਜਾਂਦਾ, ਤਾਂ ਹੈਕਸਾਡੈਸੀਮਲ ਦੇ ਵਿੱਚ ਲਿਖਿਆ ਜਾਂਦਾ, ਠੀਕ ਹੈ ਜੀ। ਹੁਣ ਤੁਹਾਡੇ ਵਾਸਤੇ ਕੁਐਸਚਨ ਕੀ ਹੈ, ਤੁਸੀਂ ਕਮੈਂਟ ਕਰਨਾ, ਜਿਹੜਾ ਆਈਪੀ ਵਰਜ਼ਨ 6 ਹੈ ਉਹ ਕਿਹੜੇ ਸਾਲ ਦੇ ਵਿੱਚ ਲਾਂਚ ਕੀਤਾ ਗਿਆ, ਉਹ ਕਿਹੜੇ ਈਅਰ ਦੇ ਵਿੱਚ ਲਾਂਚ ਕੀਤਾ ਗਿਆ, ਠੀਕ ਹੈ ਜੀ। ਇਹ ਤੁਸੀਂ ਮੈਨੂੰ ਕਮੈਂਟ ਕਰਨਾ, ਵੀ ਕੁਐਸਚਨ ਆਇਆ ਸੀਗਾ ਇੱਕ ਵਾਰੀ PTPLS ਬੋਰਡ ਦੇ ਵਿੱਚ। ਅੱਗੇ ਆਪਾਂ ਮੂਵ ਕਰਦੇ ਹਾਂ ਜੀ ਨੈਕਸਟ ਕੁਐਸਚਨ ਵੱਲ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਬਲੌਕ ਆਫ ਟੈਕਸਟ ਇਜ਼ ਐਡਿਡ ਐਟ ਦੀ ਐਂਡ ਆਫ ਐਨ ਆਊਟਗੋਇੰਗ ਈਮੇਲ ਆਟੋਮੈਟਿਕਲੀ। ਕਹਿੰਦਾ ਜੀ ਜਿਵੇਂ ਮੰਨ ਲਓ ਈਮੇਲ ਦੇ ਵਿੱਚ ਆਟੋਮੈਟਿਕਲੀ, ਈਮੇਲ ਦੇ ਬਿਲਕੁਲ ਐਂਡ ਦੇ ਵਿੱਚ ਆਪਣੇ ਆਪ ਉਹ ਕੀ ਆ, ਐਡ ਹੋ ਜਾਂਦੀ ਹੈ ਚੀਜ਼। ਉਹ ਚੀਜ਼ ਕੀ ਹੈ ਜੀ, ਹੁਣ ਬੱਚੇ ਨੇ ਗਲਤ ਲਾਇਆ ਹੋਇਆ ਜੀ, ਅਟੈਚਮੈਂਟ ਨਹੀਂ। ਅਟੈਚਮੈਂਟ ਤਾਂ ਆਪਾਂ ਐਡ ਕਰਦੇ ਹਾਂ, ਆਪਣੀ ਮਰਜ਼ੀ ਆਪਾਂ ਕੋਈ ਅਟੈਚਮੈਂਟ ਐਡ ਕਰਨੀ ਹੈ ਜਾਂ ਨਹੀਂ ਕਰਨੀ। ਫੁਟਰ ਨਹੀਂ ਕਰ ਸਕਦੇ ਜੀ, ਫੁਟਰ ਤਾਂ ਆਪਣਾ ਵਰਡ ਡਾਕੂਮੈਂਟ ਦੇ ਵਿੱਚ ਹੁੰਦਾ, ਠੀਕ ਹੈ ਜੀ। ਕੈਲੰਡਰ ਨਹੀਂ ਕਰ ਸਕਦੇ, ਉਹ ਹੁੰਦਾ ਜੀ ਸਿਗਨੇਚਰ। ਹੁਣ ਸਿਗਨੇਚਰ ਕੀ ਚੀਜ਼ ਹੁੰਦੀ ਹੈ, ਦੇਖੋ ਜਿਵੇਂ ਮੇਰੀ ਆਪਦੀ, ਮੈਂ ਆਪਦੀ ਐਗਜ਼ਾਮਪਲ ਦਿੰਦਾ ਹੈ। ਮੇਰੀ ਹੁਣ ਜਿਵੇਂ ਆਫੀਸ਼ੀਅਲ ਈਮੇਲ ਹੈਗੀ ਹੈ, ਠੀਕ ਹੈ, ਜਦੋਂ ਵੀ ਮੈਂ ਕਿਸੇ ਨੂੰ ਮੇਲ ਕਰੂੰਗਾ ਜਾਂ ਮੈਂ ਮੇਲ ਦਾ ਰਿਪਲਾਈ ਕਰੂੰਗਾ, ਮੇਰੇ ਥੱਲੇ ਕੀ ਸਿਗਨੇਚਰ ਐਡ ਹੋ ਜਾਣਗੇ। ਉਹਨੂੰ ਪਤਾ ਲੱਗ ਜਾਊਗਾ ਕਿ ਕਿਸੇ ਆਥੋਰਾਈਜ਼ਡ ਪਰਸਨ ਤੋਂ ਮੇਲ ਆਈ ਹੈ। ਲਾਈਕ ਜਿਵੇਂ ਹੁਣ ਮੈਂ ਮੰਨ ਲਓ ਕੋਈ ਮੇਲ ਕਿਸੇ ਨੂੰ ਸੈਂਡ ਕਰਨ ਲੱਗਾ, ਤਾਂ ਜਿਹੜਾ ਆਹ ਹੁੰਦਾ ਰਾਜੇ ਥੈਂਕਸ ਐਂਡ ਰਿਗਾਰਡ, ਮੈਂ ਚਲੋ ਯੂਜ਼ਰ ਡਿਫਾਈਨਡ ਹੁੰਦਾ, ਮੈਂ ਆਪਦੇ ਆਪ ਲਿਖਿਆ ਹੋਇਆ ਮੈਸੇਜ, ਤੁਸੀਂ ਕੁਝ ਵੀ ਲਿਖ ਸਕਦੇ ਹੋ ਹਨਾ। ਤਾਂ ਉੱਥੇ ਲਿਖਿਆ ਆਊਗਾ ਪ੍ਰੋਫੈਸਰ ਬਲਜਿੰਦਰ ਸਿੰਘ, ਪੋਜ਼ਿਟਿਵ ਬਾਈ ਪੰਜਾਬ, ਕੰਟੈਕਟ ਨੰਬਰ ਹੈ ਮੇਰਾ, ਈਮੇਲ ਆਈਡੀ ਹੈ। ਤਾਂ ਕਹਿਣ ਦਾ ਮਤਲਬ ਕੀ ਹੋ ਗਿਆ ਜੀ, ਇਹਨੂੰ ਕਹਿ ਦਿੰਦੇ ਆ ਸਿਗਨੇਚਰ। ਇਹ ਆਟੋਮੈਟਿਕਲੀ ਐਡ ਹੋ ਜਾਣਗੇ, ਜਿੰਨੀ ਵਾਰੀ ਮਰਜ਼ੀ ਮੈਂ ਮੇਲ ਕਰਾਂ ਜਾਂ ਰਿਪਲਾਈ ਕਰਾਂ, ਜੋ ਮਰਜ਼ੀ ਕਰਾਂ, ਥੱਲੇ ਇਹ ਆਟੋਮੈਟਿਕਲੀ ਐਡ ਹੋ ਜਾਣਗੇ। ਇਹ ਸੈਟਿੰਗ ਦੇ ਵਿੱਚ ਜਾ ਕੇ ਆਪਾਂ ਸੈੱਟ ਕਰ ਸਕਦੇ ਹਾਂ। ਤਾਂ ਕਹਿਣ ਦਾ ਮਤਲਬ ਇਹਦਾ ਆਨਸਰ ਕੀ ਆਊਗਾ, ਸਿਗਨੇਚਰ ਆਊਗਾ। ਅੱਗੇ ਮੂਵ ਕਰਦੇ ਹਾਂ ਜੀ। ਕਹਿੰਦਾ ਵਿਚ ਆਫ ਦਾ ਫੋਲੋਇੰਗ ਸ਼ਾਰਟਕਟ ਕੀ ਇਜ਼ ਯੂਜ਼ਡ ਟੂ ਓਪਨ ਏ ਨਿਊ ਵਰਕਬੁੱਕ। ਹੁਣ ਵਰਕਬੁੱਕ ਕਿਹਦੇ ਵਿੱਚ ਹੁੰਦੀ ਹੈ ਰਾਜੇ, ਤੁਹਾਨੂੰ ਸਾਰਿਆਂ ਨੂੰ ਪਤਾ ਐਕਸਲ ਦੇ ਵਿੱਚ ਹੁੰਦੀ ਹੈ। ਐਕਸਲ ਦੇ ਵਿੱਚ ਇੱਕ ਵਰਕਬੁੱਕ ਹੁੰਦੀ ਹੈ, ਇੱਕ ਵਰਕਸ਼ੀਟ ਹੁੰਦੀ ਹੈ। ਵਰਕਬੁੱਕ ਕੀ ਹੋਗੀ, ਜਿਵੇਂ ਆਪਣੀ ਕਿਤਾਬ ਹੋਗੀ, ਤੇ ਵਰਕਸ਼ੀਟ ਕੀ ਹੋਗੀ, ਉਹਦੇ ਅੰਦਰ ਪੰਨੇ ਹੋ ਗਏ। ਬਾਈ ਡਿਫਾਲਟ ਆਪਣੇ ਕੋਲ ਕਿੰਨੀਆਂ ਵਰਕਸ਼ੀਟ ਹੁੰਦੀਆਂ, 3 ਵਰਕਸ਼ੀਟ ਹੁੰਦੀਆਂ, ਠੀਕ ਹੈ ਜੀ। ਵਰਕਬੁੱਕ ਨੂੰ ਖੋਲਣ ਦੀ ਸ਼ਾਰਟਕਟ ਕੀ ਕਿਹੜੀ ਹੈ ਰਾਜੇ, Ctrl+N। ਹੁਣ ਮੈਂ ਤੁਹਾਨੂੰ ਇੱਕ ਚੀਜ਼ ਦੱਸ ਕੇ ਜਾਣਾ, ਇੱਥੇ ਤੁਸੀਂ ਵਰਡ ਦਾ ਡਾਕੂਮੈਂਟ ਖੋਲਣਾ ਪਲੱਸ ਵਰਕਬੁੱਕ ਖੋਲਣੀ ਹੈ। ਇਹਨਾਂ ਦੋਵਾਂ ਵਾਸਤੇ ਕੀ ਹੈ ਰਾਜੇ, ਤੁਹਾਡੇ ਕੋਲ ਸ਼ਾਰਟਕਟ ਕੀ ਹੈ, Ctrl+N। ਹੁਣ ਪੰਗਾ ਪੈਂਦਾ ਪਾਵਰ ਪੁਆਇੰਟ ਦੇ ਵਿੱਚ। ਹੁਣ ਪਾਵਰ ਪੁਆਇੰਟ ਦੇ ਵਿੱਚ ਕੀ ਪੰਗਾ ਪੈਂਦਾ, ਜੇ ਪਾਵਰ ਪੁਆਇੰਟ ਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਜੇ ਤਾਂ ਮੈਂ ਪ੍ਰੈਜੈਂਟੇਸ਼ਨ ਖੋਲਣੀ ਹੋਵੇ, ਪ੍ਰੈਜੈਂਟੇਸ਼ਨ ਦਾ ਮਤਲਬ ਹੁੰਦਾ ਸਾਰੀ ਪ੍ਰੈਜੈਂਟੇਸ਼ਨ, ਠੀਕ ਹੈ। ਜੇ ਖੋਲਣੀ ਹੋਵੇ ਤਾਂ Ctrl+N ਹੁੰਦਾ। ਬਟ ਪ੍ਰੈਜੈਂਟੇਸ਼ਨ ਦੇ ਵਿੱਚ ਕੀ ਹੁੰਦੀਆਂ ਨੇ, ਸਲਾਈਡਸ ਹੁੰਦੀਆਂ ਨੇ। ਜੇ ਮੈਂ ਨਵੀਂ ਸਲਾਈਡ ਲੈਣੀ ਹੋਵੇ ਤਾਂ ਫਿਰ ਕੀ ਹੁੰਦਾ ਰਾਜੇ, Ctrl+M। ਬਹੁਤ ਵਾਰੀ ਕੁਐਸਚਨ ਆਉਂਦਾ
ਤਾਂ ਜੇ ਮੈਂ ਖੋਲਣਾ ਹੋਵੇ ਪ੍ਰੈਜੈਂਟੇਸ਼ਨ ਦੇ ਵਿੱਚ ਸਲਾਈਡ ਖੋਲਣੀ ਹੋਵੇ ਤਾਂ Ctrl+M ਆਊਗਾ, ਅਦਰਵਾਈਜ਼ ਜਿੰਨਾ ਮਰਜ਼ੀ ਕੁਝ ਕਹੀ ਜਾਵੇ Ctrl+N ਹੀ ਆਂਸਰ ਆਊਗਾ। ਪਰ ਉਹ ਜਾਣ ਕੇ ਕਨਫਿਊਜ਼ ਕਰਨ ਵਾਸਤੇ ਐਗਜ਼ਾਮੀਨਰ ਬਹੁਤ ਕੁਐਸਚਨ ਹੁੰਦਾ Ctrl+M। ਇਹ ਪਟਵਾਰੀ ਤੋਂ ਪਹਿਲਾਂ ਮੈਂ ਮੈਰਾਥਨ ਲਾਈ ਸੀ, ਉਦੋਂ ਵੀ ਬੋਲਿਆ ਸੀਗਾ, ਕਲਰਕ ਮੌਕੇ ਵੀ ਬੋਲਿਆ, ਆ PSPCL ਚ ਵੀ ਬੋਲਿਆ, ਉਹਨਾਂ ਚ ਵੀ ਕੁਐਸਚਨ ਆਇਆ। ਕਹਿਣ ਦਾ ਭਾਵ ਕਿ ਹਰ ਤੀਸਰਾ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਜਾਂਦਾ ਹੈ। ਤਾਂ Ctrl+M ਯਾਦ ਰੱਖ ਲਿਓ, ਪਹਿਲੀ ਸਲਾਈਡ ਵਾਸਤੇ ਹੈ। ਹੁਣ ਕਈ ਬੱਚੇ ਆ ਕੇ ਮੈਨੂੰ ਬਲੇਮ ਕਰਦੇ, ਸਰ ਤੁਸੀਂ ਪਾਵਰ ਪੁਆਇੰਟ ਵਾਸਤੇ ਦੱਸਿਆ Ctrl+M, ਪਰ ਉਹਨਾਂ ਨੇ N ਆਂਸਰ ਲਾਇਆ। N ਆਊਗਾ ਭਾਈ ਕਿੱਥੇ ਆਊਗਾ? ਜਿੱਥੇ ਆਪਾਂ ਪ੍ਰੈਜੈਂਟੇਸ਼ਨ ਦੀ ਗੱਲ ਕਰਾਂਗੇ। ਪ੍ਰੈਜੈਂਟੇਸ਼ਨ ਦੇ ਅੰਦਰ ਕੀ ਹੁੰਦੀਆਂ? ਸਲਾਈਡਸ ਹੁੰਦੀਆਂ। ਚਲੋ ਤੁਹਾਨੂੰ ਮੈਂ ਇੱਕ ਵਾਰੀ ਦਿਖਾ ਹੀ ਦੇਵਾਂ, ਥੋੜਾ ਜਿਹਾ ਡਿਫਰੈਂਸ਼ੀਏਟ ਕਰ ਦੇਵਾਂ। ਹੁਣ ਮੰਨ ਲਓ ਇੱਕ ਵਾਰੀ ਮੈਂ ਤੁਹਾਨੂੰ ਬੰਦ ਕਰ ਰਿਹਾ, ਠੀਕ ਹੈ, ਆਪਣਾ ਸਲਾਈਡ ਸ਼ੋ। ਆ ਦੇਖੋ ਜੀ, ਹੁਣ ਦੇਖੋ ਇਹ ਜਿਹੜੀ ਪ੍ਰੈਜੈਂਟੇਸ਼ਨ ਹੈਗੀ, ਇਹਦਾ ਨਾਮ ਹੈਗਾ PSSS ਬੋਰਡ ਕਲਰਕ ਮਾਰਨਿੰਗ ਪੇਪਰ। ਇਹ ਨਾਮ ਰੱਖਿਆ ਗਿਆ, ਇਹ ਪਾਵਰ ਪੁਆਇੰਟ ਦੀ ਪ੍ਰੈਜੈਂਟੇਸ਼ਨ ਹੈ। ਤਾਂ ਜਿਹੜੀਆਂ ਆ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਛੋਟੀਆਂ ਛੋਟੀਆਂ ਸਲਾਈਡਸ ਨੇ, ਜਿਵੇਂ ਮਤਲਬ ਆ ਵੀ ਇੱਕ ਸਲਾਈਡ ਹੈ, ਆ ਵੀ ਇੱਕ ਸਲਾਈਡ ਹੈ, ਆ ਵੀ ਇੱਕ ਸਲਾਈਡ ਹੈ। ਤਾਂ ਕਹਿਣ ਦਾ ਮਤਲਬ ਜੇ ਸਲਾਈਡ ਨਵੀਂ ਲੈ ਕੇ ਆਉਣੀ, ਹੁਣ ਦੇਖੋ ਮੈਂ ਨਵੀਂ ਸਲਾਈਡ ਲੈਣੀ ਆ, ਆਪਾਂ ਇੱਥੇ ਖੜੇ ਆ, ਠੀਕ ਹੈ, ਆਪਾਂ ਕਿੱਥੇ ਖੜੇ ਆ? ਇੱਥੇ ਖੜੇ ਆ। ਮੈਂ Ctrl+M ਨੱਪੂਗਾ, ਦੇਖੋ ਨਵੀਂ ਸਲਾਈਡ ਕੀ ਹੋਗੀ? ਐਡ ਹੋਗੀ ਨਾ ਐਡ ਨਵੀਂ, ਠੀਕ ਹੈ। ਜੇ ਮੈਂ Ctrl+N ਨੱਪੂਗਾ ਤਾਂ ਨਵੀਂ ਕੀ ਹੋ ਜੂਗੀ? ਪ੍ਰੈਜੈਂਟੇਸ਼ਨ ਐਡ ਹੋ ਜੂਗੀ। ਤਾਂ ਕਲੀਅਰ ਹੈ ਜੀ, ਇਹ ਆਪਾਂ ਕਰ ਸਕਦੇ ਹਾਂ। ਤੁਹਾਨੂੰ ਮੈਂ ਕਰਕੇ ਵੀ ਦਿਖਾਤਾ, ਬਾਕੀ ਜੇ ਤੁਹਾਡੇ ਕੋਲੇ ਪੀਸੀ ਹੈਗਾ ਤੁਸੀਂ ਕਰਕੇ ਦੇਖ ਲਿਓ। ਤਾਂ ਚਲੋ ਜੀ ਆਪਾਂ ਨੈਕਸਟ ਮੂਵ ਕਰਦੇ ਹਾਂ। ਇਹਦਾ ਆਂਸਰ ਫਿਲਹਾਲ ਸੀਗਾ Ctrl+N। ਤਾਂ ਅੱਗੇ ਚੱਲਦੇ ਹਾਂ ਜੀ ਆਪਾਂ। ਕਹਿੰਦਾ ਜੀ ਕਿਹੜਾ ਪ੍ਰੋਟੋਕਾਲ, ਕਹਿੰਦਾ ਵਿਚ ਪ੍ਰੋਟੋਕਾਲ ਅਸਾਈਨ ਏ ਆਈਪੀ ਐਡਰੈਸ ਟੂ ਦਾ ਕਲਾਇੰਟ ਕਨੈਕਟਡ ਟੂ ਦਾ ਇੰਟਰਨੈਟ ਜਾਂ ਇਨ ਦਾ ਇੰਟਰਨੈਟ। ਕਲਾਇੰਟ ਦਾ ਮਤਲਬ ਕੀ ਹੁੰਦਾ ਰਾਜੇ? ਕਲਾਇੰਟ ਸਰਵਰ ਟੈਕਨੋਲੋਜੀ ਤੇ ਕੰਮ ਕਰਦਾ। ਸਰਵਰ ਕਲਾਇੰਟ ਟੈਕਨੋਲੋਜੀ ਯੂਜ਼ ਹੁੰਦੀ ਹੈ ਸਾਰੇ ਇੰਟਰਨੈਟ ਦੇ ਵਿੱਚ। ਸਰਵਰ ਕਲਾਇੰਟ ਕੀ ਹੁੰਦਾ? ਮੰਨ ਲਓ ਇੱਕ ਟੀਚਰ ਹੈ, ਟੀਚਰ ਦੇ ਨਾਲ ਕੀ ਹੈ? ਬਾਕੀ ਸਾਰੇ ਸਟੂਡੈਂਟ ਅਟੈਚ ਨੇ। ਮੰਨ ਲਓ ਹੁਣ ਜਿਵੇਂ ਮੈਂ ਪੜ੍ਹਾ ਰਿਹਾ, ਤੁਸੀਂ ਸਾਰੇ ਕੀ ਹੈ? ਸੁਣ ਰਹੇ ਹੋ। ਤਾਂ ਮੈਂ ਕੀ ਹੋ ਗਿਆ ਰਾਜੇ? ਸਰਵਰ ਹੋ ਗਿਆ, ਤੁਸੀਂ ਸਾਰੇ ਮੇਰੇ ਕੀ ਹੋ ਗਏ? ਕਲਾਇੰਟ ਹੋ ਗਏ। ਸਮਝ ਗਏ? ਤਾਂ ਸੇਮ ਵੇ ਜਿਹੜਾ ਇੱਕ ਸਰਵਰ ਹੁੰਦਾ, ਬਾਕੀ ਸਾਰੇ ਕਲਾਇੰਟ ਹੁੰਦੇ ਜਿਹੜੇ ਉਹਦੇ ਨਾਲ ਜੁੜਦੇ ਆ ਇੰਟਰਨੈਟ ਦੇ ਨਾਲ। ਤਾਂ ਇਹਨਾਂ ਨੂੰ ਆਈਪੀ ਐਡਰੈਸ ਕੌਣ ਅਸਾਈਨ ਕਰੂਗਾ? ਮੰਨ ਲਓ ਇਹ ਨਵਾਂ ਬੱਚਾ ਆ ਗਿਆ, ਐਂ ਕਹਿ ਲਓ ਕਿ ਕਲਾਸ ਦੇ ਵਿੱਚ ਨਵਾਂ ਬੱਚਾ ਆਇਆ, ਤਾਂ ਉਹਨੂੰ ਰੋਲ ਨੰਬਰ ਕੌਣ ਅਸਾਈਨ ਕਰੂਗਾ? ਠੀਕ ਹੈ, ਟੀਚਰ ਹੀ ਕਰੂਗਾ, ਲੇਕਿਨ ਟੀਚਰ ਕਿਸੇ ਮੈਥਡ ਦੇ ਥਰੂ ਕਰੂਗਾ। ਤਾਂ ਉਹ ਮੈਥਡ ਕੀ ਹੈ ਰਾਜੇ? DHCP। ਠੀਕ ਹੈ ਜੀ, DHCP ਇੱਕ ਪ੍ਰੋਟੋਕਾਲ ਹੁੰਦਾ, ਠੀਕ ਹੈ, ਜਿਹੜਾ ਕਿ ਜਿਹਦਾ ਕੰਮ ਕੀ ਹੁੰਦਾ? ਜਦੋਂ ਵੀ ਕੋਈ ਨਵੀਂ ਨੋਡ ਆਉਂਦੀ ਹੈ, ਉਹਨੂੰ ਕੀ ਹੈ? ਆਈਪੀ ਐਡਰੈਸ ਕੀ ਕਰਨਾ ਹੁੰਦਾ? ਅਸਾਈਨ ਕਰਨਾ ਹੁੰਦਾ। ਤਾਂ ਤੁਹਾਨੂੰ ਮੈਂ ਦੱਸ ਦਿੰਦਾ ਰਾਜੇ DHCP ਹੁੰਦਾ ਕੀ, ਥੋੜੀ ਜਾਣਕਾਰੀ ਦੇ ਦਿੰਦੇ ਆਪਾਂ। ਕਹਿੰਦਾ ਜੀ, ਕਹਿੰਦਾ DHP ਦੀ ਫੁੱਲ ਫਾਰਮ ਹੈਗੀ ਹੈ ਜੀ ਡਾਇਨਾਮਿਕ ਹੋਸਟ ਕਨਫਿਗਰੇਸ਼ਨ ਪ੍ਰੋਟੋਕਾਲ। ਠੀਕ ਹੈ ਜੀ, ਇਹਦਾ ਕੰਮ ਕੀ ਹੁੰਦਾ? ਕਹਿੰਦਾ ਜੀ ਇਜ਼ ਏ ਕਲਾਇੰਟ ਸਰਵਰ ਪ੍ਰੋਟੋਕਾਲ ਦੈਟ ਆਟੋਮੈਟਿਕਲੀ ਕਹਿੰਦਾ ਪ੍ਰੋਵਾਈਡਸ ਏ ਇੰਟਰਨੈਟ ਪ੍ਰੋਟੋਕਾਲ ਹੋਸਟ ਵਿਦ ਇਨ ਦਾ ਆਈਪੀ ਐਡਰੈਸ। ਕਹਿਣ ਦਾ ਮਤਲਬ ਇਹ ਕੰਮ ਕਰਦਾ ਕਿਹਦੇ ਨਾਲ? ਆਈਪੀ ਐਡਰੈਸ, ਆਈਪੀ ਪ੍ਰੋਟੋਕਾਲ ਦੇ ਨਾਲ ਕੰਮ ਕਰਕੇ ਜਿਹੜਾ ਵੀ ਹੋਸਟ ਆਊਗਾ, ਜਿਹੜਾ ਵੀ ਨਵੀਂ ਨੋਡ ਆਊਗੀ, ਜਿਹੜਾ ਵੀ ਨਵਾਂ ਕੰਪਿਊਟਰ ਆਊਗਾ ਨੈਟਵਰਕ ਦੇ ਵਿੱਚ, ਉਹਨੂੰ ਕੀ ਕਰਨਾ? ਇਹਨੇ ਪ੍ਰੋਵਾਈਡ ਆਈਪੀ ਐਡਰੈਸ ਪ੍ਰੋਵਾਈਡ ਕਰਨਾ। ਠੀਕ ਹੈ ਜੀ, ਤਾਂ ਕਲੀਅਰ ਹੈ। ਆਈਪੀ ਐਡਰੈਸ ਦੇ ਨਾਲ ਅੱਗੇ ਫਰਦਰ ਇਹਦੇ ਸਬਨੈਟ ਮਾਸਕ ਹੁੰਦਾ। ਠੀਕ ਹੈ, ਚਲੋ ਇਹ ਤੁਹਾਨੂੰ ਮੈਂ ਬਾਅਦ ਦੀਆਂ ਗੱਲਾਂ, ਇੰਟਰਨਲ ਸਟਰਕਚਰ ਆਈਪੀ ਐਡਰੈਸ ਦਾ ਇਹ ਫੇਰ ਦੱਸੂਗਾ। ਤੁਹਾਡੀ ਸਮਝਣ ਵਾਲੀ ਚੀਜ਼ ਕੀ ਹੈ ਕਿ DHCP ਕੀ ਪ੍ਰੋਵਾਈਡ ਕਰਦਾ? ਆਟੋਮੈਟਿਕਲੀ ਆਈਪੀ ਐਡਰੈਸ ਪ੍ਰੋਵਾਈਡ ਕਰਦਾ ਜਦੋਂ ਵੀ ਕੋਈ ਨੋਡ ਐਡ ਕੀਤੀ ਜਾਂਦੀ ਹੈ ਨੈਟਵਰਕ ਦੇ ਵਿੱਚ। ਠੀਕ ਹੈ ਜੀ, ਇਹਦਾ ਆਂਸਰ ਕੀ ਆਊਗਾ ਰਾਜੇ? DHCP। ਨੋਟ ਕਰ ਲਿਓ, ਇਹ ਕੁਐਸਚਨ ਦੇ ਵਿੱਚ ਬੱਚੇ ਬਹੁਤ ਕਨਫਿਊਜ਼ ਹੋਏ ਸੀ ਉਸ ਟਾਈਮ ਤੇ, ਮੈਨੂੰ ਬਹੁਤ ਸਾਰੀ ਕੁਐਰੀਜ਼ ਆਈਆਂ ਸੀਗੀਆਂ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਡਰਾਫਟ ਫੋਲਡਰ ਜਿਹੜਾ ਹੁੰਦਾ ਈਮੇਲ ਦੇ ਵਿੱਚ, ਡਰਾਫਟ ਫੋਲਡਰ ਇਨ ਈਮੇਲ ਇਜ਼ ਯੂਜ਼ਡ ਟੂ। ਤਾਂ ਰਾਜੇ ਡਰਾਫਟ ਫੋਲਡਰ ਕਾਹਦੇ ਵਾਸਤੇ ਹੁੰਦਾ? ਜਿਵੇਂ ਹੁਣ ਇਨਬਾਕਸ ਕਾਹਦੇ ਵਾਸਤੇ ਹੁੰਦਾ? ਜਿਹਦੇ ਵਿੱਚ ਆਪਾਂ ਰੀਡ ਤੇ ਅਨਰੀਡ ਜਿਹੜੀਆਂ ਮੇਲਸ ਹੁੰਦੀਆਂ ਉਹਨਾਂ ਨੂੰ ਕੀ ਕਰਦੇ ਆ? ਸੰਭਾਲ ਕੇ ਰੱਖਦੇ ਆ। ਤੁਹਾਨੂੰ ਮੈਂ ਲਾਸਟ ਵੀਡੀਓ 'ਚ ਕਰਾਇਆ ਸੀ ਸਪੈਮ। ਸਪੈਮ ਦੇ ਵਿੱਚ ਕੀ ਹੁੰਦੇ ਆ? ਅਨਵਾਂਟਡ ਜਾਂ ਅਨਸੋਲੀਕੇਟਡ ਕੀ ਹੁੰਦੇ ਆ? ਮੈਸੇਜ ਹੁੰਦੇ ਆ। ਠੀਕ ਹੈ ਜੀ, ਇੱਕ ਹੁੰਦਾ ਜੀ ਆਊਟਬਾਕਸ। ਆਊਟਬਾਕਸ ਦੇ ਵਿੱਚ ਕੀ ਹੁੰਦੀਆਂ ਜਿਹੜੀਆਂ? ਠੀਕ ਹੈ ਜੀ, ਆਊਟਬਾਕਸ ਹੁੰਦਾ। ਇੱਕ ਹੁੰਦਾ ਜੀ ਸੈਂਟ। ਸੈਂਟ ਦੇ ਵਿੱਚ ਕੀ ਹੁੰਦਾ ਰਾਜੇ? ਜਿਵੇਂ ਜਿਹੜੀਆਂ ਮੇਲਸ ਕੀ ਆਪਾਂ ਸੈਂਟ ਕਰਤੀਆਂ। ਠੀਕ ਹੈ ਜੀ, ਆਊਟਬਾਕਸ ਦੇ ਵਿੱਚ ਕੀ ਆ ਜਾਂਦਾ? ਜਿਹੜੀਆਂ ਮੇਲਸ ਸੈਂਟ ਤਾਂ ਆਪਾਂ ਕੀਤੀਆਂ, ਬਟ ਕਿਸੇ ਟੈਕਨੀਕਲ ਵਜ੍ਹਾ ਕਾਰਨ ਕਰਕੇ ਜਾਂ ਨੈਟਵਰਕ ਦੀ ਪ੍ਰੋਬਲਮ ਕਰਕੇ ਉਹ ਸੈਂਟ ਨਹੀਂ ਹੋਈਆਂ, ਉਹ ਆਊਟਬਾਕਸ ਚਲੀਆਂ ਜਾਂਦੀਆਂ। ਹੁਣ ਇੱਕ ਫੋਲਡਰ ਆ ਗਿਆ ਜੀ ਡਰਾਫਟ ਫੋਲਡਰ। ਹੁਣ ਡਰਾਫਟ ਫੋਲਡਰ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੋਊਗਾ ਰਾਜੇ, ਆਹ ਹੁੰਦਾ ਡਰਾਫਟ ਫੋਲਡਰ ਇੱਥੇ। ਠੀਕ ਹੈ, ਤਾਂ ਡਰਾਫਟ ਫੋਲਡਰ ਦੇ ਵਿੱਚ ਕੀ ਹੁੰਦਾ ਕਿ ਆਪਾਂ ਮੰਨ ਲਓ ਕਿਸੇ ਨੂੰ ਮੇਲ ਸੈਂਡ ਕਰਨੀ ਹੈ, ਬਟ ਆਪਾਂ ਹਜੇ ਨਹੀਂ ਕਰਨੀ। ਆਪਾਂ ਕੀ ਆ ਉਹਨੂੰ ਟਾਈਪ ਕਰਕੇ ਰੱਖ ਲਿਆ ਜਾਂ ਆਪਾਂ ਤਿਆਰ ਕਰਕੇ ਰੱਖ ਲਿਆ ਪ੍ਰੋਪਰਲੀ। ਠੀਕ ਹੈ, ਆਪਾਂ ਸਵੇਰੇ ਸੈਂਡ ਕਰਨੀ ਹੈ। ਮੰਨ ਲਓ ਕਿ ਆਪਣੇ ਕੋਲ ਸਵੇਰੇ ਟਾਈਮ ਨਹੀਂ ਹੋਊਗਾ, ਮੰਨ ਲਓ ਮੈਂ ਕਿਤੇ ਜੌਬ ਕਰਦਾ, ਮੈਂ ਆਪਦੇ ਬੌਸ ਨੂੰ ਮੇਲ ਭੇਜਣੀ ਹੈ, ਛੁੱਟੀ ਦੀ ਮੇਲ ਭੇਜਣੀ ਹੈ, ਤਾਂ ਮੈਂ ਸਵੇਰੇ ਭੇਜੂਗਾ ਵੀ ਮੈਂ ਕੀ ਪਤਾ ਸ਼ਾਇਦ ਚਲਾ ਹੀ ਜਾਵਾਂ, ਮੇਰੀ ਤਬੀਅਤ ਠੀਕ ਹੋਈ ਤਾਂ ਕਹਿਣ ਦਾ ਮਤਲਬ ਛੁੱਟੀ ਦੀ ਮੇਲ ਮੈਂ ਸਵੇਰੇ ਦੇਖੂੰਗਾ ਵੀ ਜੇ ਮੇਰੀ ਤਬੀਅਤ ਠੀਕ ਹੋਈ ਤਾਂ ਮੈਂ ਚਲਾ ਜਾਊਂਗਾ, ਨਹੀਂ ਮੈਂ ਛੁੱਟੀ ਦੀ ਮੇਲ ਭੇਜ ਦੂੰਗਾ। ਤਾਂ ਮੈਂ ਤਿਆਰ ਕਰਕੇ ਰੱਖ ਲਈ ਕਿੱਥੇ? ਡਰਾਫਟ ਦੇ ਵਿੱਚ। ਸੈਂਡ ਕਦੇ ਕਰੂੰਗਾ? ਬਾਅਦ ਚ ਕਰੂੰਗਾ। ਤਾਂ ਕਹਿਣ ਦਾ ਮਤਲਬ ਕੀ ਆ ਕਿ ਲੇਟਰ ਔਨ ਜਿਹੜੀਆਂ ਆਪਾਂ ਭੇਜਣੀਆਂ ਹੁੰਦੀਆਂ ਮੇਲਸ, ਆਪਾਂ ਕਿੱਥੇ ਸੇਵ ਕਰਦੇ ਹਾਂ? ਇੱਕ ਸਪੈਸ਼ਲ ਫੋਲਡਰ ਦੇ ਵਿੱਚ ਕਰਦੇ ਹਾਂ, ਜਿਹਨੂੰ ਡਰਾਫਟ ਫੋਲਡਰ ਕਹਿੰਦੇ ਆ। ਤਾਂ ਪੜ੍ਹ ਲਿਓ ਰਾਜੇ। ਕਹਿੰਦਾ ਜੀ ਦਾ ਡਰਾਫਟ ਕਹਿੰਦਾ ਫੋਲਡਰ ਇਜ਼ ਵੇਅਰ ਯੂ ਕੀਪ ਈਮੇਲ ਮੈਸੇਜ that you have not yet completed or plan to send at later time। ਤਾਂ later time ਦੇ ਵਿੱਚ ਤੁਸੀਂ ਜੇ ਭੇਜਣੀਆਂ ਤਾਂ ਉਹਦੇ ਵਾਸਤੇ ਆਪਾਂ ਕੀ ਯੂਜ਼ ਕਰਦੇ ਹਾਂ? ਆਪਾਂ ਡਰਾਫਟ ਫੋਲਡਰ ਯੂਜ਼ ਕਰਦੇ ਹਾਂ। ਠੀਕ ਹੈ ਜੀ, ਆ ਡਰਾਫਟ ਫੋਲਡਰ ਦੇ ਵਿੱਚ ਆਪਾਂ, ਚਲੋ ਇੱਕ ਵਾਰੀ ਮੈਂ ਤੁਹਾਨੂੰ ਵਾਪਸ ਲੈ ਜਾਵਾਂ, ਤਾਂ ਇਹਦੇ ਵਿੱਚ ਆਪਾਂ ਕੀ ਕਰਦੇ ਹਾਂ ਰਾਜੇ? ਸੇਵ ਅਨਸੈਂਟ ਈਮੇਲਸ। ਇਹਦਾ ਆਂਸਰ ਕੀ ਆਊਗਾ? ਨਾ ਭੇਜੀਆਂ ਗਈਆਂ ਮੇਲਸ ਜਿਹੜੀਆਂ ਆਪਾਂ ਨਹੀਂ ਭੇਜੀਆਂ। ਠੀਕ ਹੈ, ਨਾ ਤਾਂ ਆਪਾਂ ਸਟੋਰ ਕਰਦੇ ਹਾਂ, ਸਪੈਮ ਈਮੇਲ ਕਰਦੇ ਹਾਂ, ਨਾ ਡਿਲੀਟਡ। ਠੀਕ ਹੈ ਜੀ, ਡਿਲੀਟਡ ਕਿੱਥੇ ਹੁੰਦੀਆਂ? ਸ਼ਾਇਦ ਤੁਹਾਨੂੰ ਪਤਾ ਹੋਵੇ,
ਜੇ ਆਪਾਂ ਕੋਈ ਮੇਲ ਡਿਲੀਟ ਕਰ ਦਿੰਦੇ ਕਿੱਥੇ ਚਲੀ ਜਾਂਦੀ ਹੈ, ਟਰੈਸ਼ ਫੋਲਡਰ ਦੇ ਵਿੱਚ ਚਲੀ ਜਾਂਦੀ ਹੈ। ਕਿੰਨੇ ਦਿਨਾਂ ਵਾਸਤੇ ਜਾਂਦੀ ਹੈ, 30 ਦਿਨਾਂ ਵਾਸਤੇ। 30 ਦਿਨਾਂ ਵਿੱਚ ਚਲੀ ਜਾਂਦੀ ਹੈ। ਜੇ 30 ਦਿਨਾਂ ਬਾਅਦ ਤੁਸੀਂ ਰਿਕਵਰ ਨਾ ਕੀਤੀ ਤਾਂ ਆਟੋਮੈਟਿਕਲੀ ਡਿਲੀਟ ਹੋ ਜਾਊਗੀ। ਜੇ ਮੰਨ ਲਓ ਕੋਈ ਮੈਂ ਮੇਲ ਡਿਲੀਟ ਕਰਤੀ, ਟਰੈਸ਼ ਫੋਲਡਰ 'ਚ ਜਾਂਦੀ ਹੈ। ਠੀਕ ਹੈ ਜੀ, ਕਾਪੀ ਵੀ ਨਹੀਂ ਬਣਾਉਂਦੇ ਆਪਾਂ, ਤਾਂ ਇਹਦਾ ਆਨਸਰ ਆਊਗਾ ਜੀ ਸੇਵ ਅਨਸੈਂਟ ਈਮੇਲਸ। ਤੁਹਾਨੂੰ ਮੈਂ ਦੱਸਤਾ ਡਰਾਫਟ ਫੋਲਡਰ ਹੁੰਦਾ ਕੀ ਹੈ ਤੇ ਇਹਦੇ ਬਾਰੇ ਕਹਾਣੀ ਵੀ ਦੱਸਦੀ ਹੈ। ਬਾਕੀ ਪੀਡੀਐਫ ਬਾਰੇ ਬਹੁਤ ਪੁੱਛਦੇ ਆ ਬੱਚੇ ਰਾਜੇ। ਪੀਡੀਐਫ ਤੁਹਾਨੂੰ ਨਾ ਇਹ ਆਪਣੀ ਐਪ ਹੈਗੀ ਆ ਪੋਜ਼ਿਟਿਵ ਬਾਈ ਪੰਜਾਬ, ਤੁਸੀਂ ਜਾ ਕੇ ਡਾਊਨਲੋਡ ਕਰ ਲਿਓ। ਐਂਡਰੋਇਡ ਵਾਸਤੇ ਵੀ ਹੈਗੀ ਹੈ, ਵੈਬ ਵਾਸਤੇ ਵੀ ਹੈਗੀ ਹੈ ਤੇ ਆਪਣੇ ਆਈਫੋਨ ਵਾਸਤੇ ਵੀ ਹੈਗੀ ਹੈ, ਜਿਹੜੇ ਬੰਦੇ ਬਹੁਤ ਅਮੀਰ ਹੁੰਦੇ ਆ ਨਾ ਆਈਫੋਨ ਵਾਲੇ। ਤੇ ਉਹ ਡਰਾਫਟ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਪਿਆ, ਜਾ ਕੇ ਡਾਊਨਲੋਡ ਕਰ ਲਿਓ, ਜਾਂ ਡਾਇਰੈਕਟ ਫਿਰ ਤੁਸੀਂ ਜਾ ਕੇ ਪਲੇ ਸਟੋਰ ਤੇ ਲਿਖ ਲਿਓ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਡੈਸ਼ ਇਜ਼ ਐਕਸਕਲੂਸਿਵ ਵਿਊ ਆਫ ਦਾ ਸਲਾਈਡਸ ਇਨ ਦਾ ਥੰਬਨੇਲ ਫਾਰਮ। ਥੰਬਨੇਲ ਫਾਰਮ ਹੁੰਦਾ ਮਤਲਬ ਕਿ ਆਪਾਂ ਨੂੰ ਪ੍ਰੋਪਰਲੀ ਦਿਖਦੀ ਹੈ ਸਲਾਈਡ। ਤਾਂ ਇਹਦਾ ਜਿਹੜਾ ਬੈਸਟ ਆਨਸਰ ਹੈਗਾ ਰਾਜੇ ਸਲਾਈਡ ਸੌਰਟਰ ਵਿਊ। ਬਸ ਹੁਣ ਮੈਂ ਦਿਖਾ ਵੀ ਦਿੰਦਾ। ਨਾਰਮਲ ਵਿਊ ਹੁੰਦਾ, ਠੀਕ ਹੈ ਜੀ, ਇੱਕ ਰੀਡਿੰਗ ਵਿਊ ਹੁੰਦਾ, ਠੀਕ ਹੈ, ਆ ਪਏ ਆਪਣੇ ਵਿਊ। ਇੱਕ ਨਾਰਮਲ ਵਿਊ ਹੁੰਦਾ, ਇੱਕ ਆਊਟਲਾਈਨ ਵਿਊ ਹੁੰਦਾ, ਇੱਕ ਸਲਾਈਡ ਸੌਰਟਰ ਵਿਊ ਹੁੰਦਾ, ਇੱਕ ਨੋਟ ਪੇਜ ਵਿਊ ਹੁੰਦਾ, ਇੱਕ ਰੀਡਿੰਗ ਵਿਊ ਹੁੰਦਾ। ਇਹ ਸਾਰੇ ਵਿਊ ਵੀ ਯਾਦ ਰੱਖਣੇ ਆ। ਸਭ ਤੋਂ ਬੈਸਟ ਹੁੰਦਾ ਸੌਰਟਰ ਵਿਊ। ਸੌਰਟਰ ਵਿਊ ਦੇ ਵਿੱਚ ਆਪਾਂ ਕੋਈ ਵੀ ਸਲਾਈਡ ਨੂੰ ਕੀ ਆ, ਠੀਕ ਹੈ, ਕਿਸੇ ਵੀ ਆਰਡਰ ਦੇ ਵਿੱਚ ਚੇਂਜ ਕਰ ਸਕਦੇ ਆ। ਆਪਾਂ ਦੇਖ ਸਕਦੇ ਹਾਂ ਸਲਾਈਡ ਦੇ ਵਿੱਚ ਡਾਟਾ ਕੀ ਲਿਖਿਆ, ਤਾਂ ਇਹਨੂੰ ਕਹਿ ਦਿੰਦੇ ਆ ਥੰਬਨੇਲ ਵਿਊ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆ, ਥੰਬਨੇਲ ਵਿਊ। ਪ੍ਰੋਪਰਲੀ ਆਪਾਂ ਨੂੰ ਸਾਰਾ ਕੁਝ ਦਿਖ ਰਿਹਾ ਵੀ ਇਹਦੇ ਵਿੱਚ ਆਪਾਂ ਕੀ ਕੁਝ ਕੀਤਾ, ਕੀ ਕੁਝ ਲਿਖਿਆ, ਕੀ ਕਿਹੜੀ ਕਿਹੜੀ ਪਿਕਚਰ ਲਗਾਈ ਹੈ, ਤੇ ਇਹਨੂੰ ਕਹਿ ਦਿੰਦੇ ਆ ਜੀ ਸਲਾਈਡ ਸੌਰਟਰ ਵਿਊ। ਓਕੇ ਹੈ ਜੀ, ਕਲੀਅਰ ਹੈ। ਕੁਐਸਚਨ ਨੂੰ ਧਿਆਨ ਨਾਲ ਪੜ੍ਹ ਲਿਓ। ਕਹਿੰਦਾ ਜਿਹੜਾ ਐਕਸਕਲੂਸਿਵ ਵਿਊ ਆਫ ਦਾ ਸਲਾਈਡਸ ਇਨ ਦਾ ਥੰਬਨੇਲ ਫਾਰਮ, ਤਾਂ ਥੰਬਨੇਲ ਫਾਰਮ ਦੇ ਵਿੱਚ ਤੁਹਾਨੂੰ ਮੈਂ ਦਿਖਾਤਾ, ਠੀਕ ਹੈ ਜੀ। ਇਹ ਹੈਗਾ ਰਾਈਟ ਆਨਸਰ ਸਲਾਈਡ ਸੌਰਟਰ ਵਿਊ। ਇਹ ਕੁਐਸਚਨ ਵੀ ਬਹੁਤ ਆਉਂਦਾ ਹੁੰਦਾ। ਤਾਂ ਅੱਗੇ ਚੱਲਦੇ ਹਾਂ ਜੀ। ਕਹਿੰਦਾ ਇਫ ਯੂ ਕਹਿੰਦਾ ਵਾਂਟ ਟੂ ਪ੍ਰਿੰਟ ਅ ਲੋਗੋ ਆਫ ਯੂਰ ਆਫਿਸ ਔਨ ਦਾ ਐਵਰੀ ਸਲਾਈਡ। ਤਾਂ ਦੇਖੋ ਜੀ ਤੁਹਾਡੇ ਸਾਹਮਣੇ ਪੋਜ਼ਿਟਿਵ ਬਾਈ ਪੰਜਾਬ, ਆਪਣਾ ਆਫਿਸ, ਆਪਣੀ ਜਿੰਦ ਜਾਨ। ਤਾਂ ਇਹ ਆਪਣਾ ਦੇਖੋ ਜੀ ਲੋਗੋ ਹਰ ਸਲਾਈਡ ਤੇ ਆ ਰਿਹਾ। ਤਾਂ ਦੱਸਦੇ ਹਾਂ ਜੀ ਕਿਵੇਂ ਲਗਾਉਣੇ ਆ, ਤੁਸੀਂ ਵੀ ਲਗਾ ਸਕਦੇ ਹੋ। ਕਹਿੰਦਾ ਜੀ ਪ੍ਰਿੰਟ ਆਫ ਯੂਰ ਆਫਿਸ ਔਨ ਐਵਰੀ ਸਲਾਈਡ ਐਟ ਦਾ ਸੇਮ ਪੋਜੀਸ਼ਨ ਇਨ ਦਾ ਪ੍ਰੈਜੈਂਟੇਸ਼ਨ। ਦੇਖੋ ਹਰੇਕ ਪੋਜੀਸ਼ਨ ਤੇ ਸੇਮ ਹੋਊਗਾ। ਦੇਖੋ ਆ ਦੇਖ ਲਓ ਚੇਂਜ ਹੋ ਰਿਹਾ, ਤੁਹਾਨੂੰ ਐ ਲੱਗਦਾ ਵੀ ਉੱਥੇ ਖੜਾ ਹੈ, ਪਰ ਹਰੇਕ ਸਲਾਈਡ ਤੇ ਕੀ ਆ, ਵੱਖਰਾ ਵੱਖਰਾ ਹੈ, ਠੀਕ ਹੈ, ਆ ਰਿਹਾ। ਤਾਂ ਕਹਿੰਦਾ ਜੀ ਐਟ ਦਾ ਸੇਮ ਪੋਜੀਸ਼ਨ ਇਨ ਦਾ ਪ੍ਰੈਜੈਂਟੇਸ਼ਨ ਯੂ ਵਿਲ ਇਨਸਰਟ ਦਾ ਲੋਗੋ ਇਨਟੂ। ਤਾਂ ਲੋਗੋ ਕਿੱਥੇ ਲਗਾਵਾਂਗੇ ਆਪਾਂ, ਮਾਸਟਰ ਸਲਾਈਡ ਦੇ ਵਿੱਚ ਲਾਵਾਂਗੇ। ਮਾਸਟਰ ਸਲਾਈਡ ਕਿਹੜੀ ਹੁੰਦੀ ਹੈ, ਮਾਸਟਰ ਸਲਾਈਡ ਹੁੰਦੀ ਹੈ ਰਾਜੇ, ਤੁਸੀਂ ਵਿਊ ਦੇ ਵਿੱਚ ਜਾਓਗੇ ਨਾ, ਵਿਊ ਦੇ ਵਿੱਚ ਜਾ ਕੇ ਤੁਹਾਨੂੰ ਇੱਕ ਮਿਲ ਜੂਗੀ ਆਪਸ਼ਨ ਸਲਾਈਡ ਮਾਸਟਰ, ਠੀਕ ਹੈ। ਸਲਾਈਡ ਮਾਸਟਰ ਦੇ ਵਿੱਚ ਕਲਿੱਕ ਕਰੋਗੇ ਤਾਂ ਇੱਕ ਸਲਾਈਡ ਖੁੱਲੂਗੀ, ਉਹਨੂੰ ਮਾਸਟਰ ਸਲਾਈਡ ਕਹਿ ਦਾਂਗੇ। ਮਾਸਟਰ ਸਲਾਈਡ ਦਾ ਮਤਲਬ ਕੀ ਹੈ ਕਿ ਮੇਨ ਸਲਾਈਡ ਜਿਹਦੇ ਵਿੱਚ ਆਪਾਂ ਜੋ ਵੀ ਡਿਜ਼ਾਈਨਿੰਗ ਕਰਾਂਗੇ ਹਰ ਇੱਕ ਦੇ ਵਿੱਚ ਉਹੀ ਆਊਗੀ, ਠੀਕ ਹੈ। ਕਿਵੇਂ ਆਊਗੀ ਤੁਹਾਨੂੰ ਮੈਂ ਕਰਕੇ ਵੀ ਦਿਖਾ ਦਿੰਦਾ ਭਾਈ। ਕਈ ਬੰਦੇ ਕਹਿਣਗੇ ਕਿਵੇਂ ਆਊਗੀ। ਹੁਣ ਮੰਨ ਲਓ ਕਿ ਮੈਂ ਨਵੀਂ ਸਲਾਈਡ ਲੈਣਾ ਹੈ, ਨਵੀਂ ਸਲਾਈਡ ਜਦੋਂ ਮੈਂ ਲਊਂਗਾ, ਦੇਖੋ ਸਾਰਿਆਂ ਦੇ ਵਿੱਚ ਸੇਮ ਆ ਰਿਹਾ, ਦੇਖੋ ਸੇਮ ਹੀ ਲੋਗੋ ਆ ਰਿਹਾ, ਪਿੱਛੇ ਵੀ ਸੇਮ ਆ ਰਿਹਾ। ਤਾਂ ਮੈਂ ਕੀ ਕੀਤਾ ਹੋਇਆ ਰਾਜੇ, ਮੈਂ ਦੇਖੋ ਆ ਵਿਊ ਦੇ ਵਿੱਚ ਜਾ ਕੇ, ਵਿਊ ਦੇ ਵਿੱਚ ਜਾ ਕੇ ਮੈਂ ਜਦੋਂ ਸਲਾਈਡ ਮਾਸਟਰ ਖੋਲੂੰਗਾ ਨਾ, ਤਾਂ ਸਲਾਈਡ ਮਾਸਟਰ ਮੈਂ ਬਣਾਈ ਹੋਈ ਆ। ਦੇਖੋ ਇਹਨੂੰ ਸਲਾਈਡ ਮਾਸਟਰ ਕਹਿ ਦਿੰਦੇ ਆ। ਜੋ ਵੀ ਮੈਂ ਇੱਥੇ ਡਿਜ਼ਾਈਨਿੰਗ ਕਰੂੰਗਾ ਰਾਜੇ ਸੇਮ ਆਊਗੀ। ਹੁਣ ਮੰਨ ਲਓ ਮੈਂ ਇਹਨੂੰ ਚੇਂਜ ਕਰ ਦੂੰਗਾ, ਪੋਜੀਸ਼ਨ ਚੇਂਜ ਕਰ ਦਿੰਦਾ ਮੈਂ ਇਹਦੀ, ਠੀਕ ਹੈ। ਇੱਕ ਵਾਰੀ ਥੋੜੇ ਟਾਈਮ ਵਾਸਤੇ ਕਰਦਾ। ਮੰਨ ਲਓ ਮੈਂ ਇਹਦੀ ਪੋਜੀਸ਼ਨ ਚੇਂਜ ਕਰਤੀ, ਹੁਣ ਤੁਸੀਂ ਦੇਖੋਗੇ ਸਾਰੀਆਂ ਸਲਾਈਡ ਦੇ ਵਿੱਚ ਇਹਦੀ ਪੋਜੀਸ਼ਨ ਚੇਂਜ ਹੋ ਜਾਊਗੀ। ਮੈਂ ਪਿਛਲੀਆਂ ਸਲਾਈਡ ਵੀ ਦਿਖਾ ਦਿੰਦਾ ਤੁਹਾਨੂੰ ਜਾ ਕੇ, ਆ ਦੇਖੋ ਸਾਰਿਆਂ ਵਿੱਚ ਕੀ ਹੋ ਗਿਆ, ਪੋਜੀਸ਼ਨ ਚੇਂਜ ਹੋ ਗਈ। ਤਾਂ ਕਹਿਣ ਦਾ ਮਤਲਬ ਕੀ ਹੈ ਕਿ ਮੈਂ ਉਹਦੇ ਵਿੱਚ ਜੋ ਵੀ ਕਰੂੰਗਾ ਚੇਂਜਸ, ਉਹ ਸਾਰੇ ਪਾਸੇ ਚੇਂਜਸ ਹੋ ਜਾਣਗੀਆਂ। ਤਾਂ ਕਲੀਅਰ ਹੈ ਜੀ। ਇਹ ਹੈਗੀ ਜੀ ਤੁਹਾਡੀ ਸਲਾਈਡ ਮਾਸਟਰ, ਤੁਹਾਨੂੰ ਪ੍ਰੈਕਟੀਕਲ ਵੀ ਕਰਕੇ ਦਿਖਾਤਾ। ਤਾਂ ਹੁਣ ਤੁਸੀਂ ਕਨਫਿਊਜ਼ ਨਹੀਂ ਹੋਣਾ ਭਾਈ, ਠੀਕ ਹੈ ਜੀ। ਆਪਾਂ ਚੱਲਦੇ ਹਾਂ ਫਿਰ ਆਪਣੀ ਉਸੇ ਹੀ ਸਲਾਈਡ ਦੇ ਉੱਪਰ। ਤਾਂ ਇੱਥੇ ਸ਼ੁਰੂ ਕਰਦੇ ਹਾਂ ਜੀ ਆਪਾਂ ਸਲਾਈਡ ਮਾਸਟਰ, ਠੀਕ ਹੈ ਜੀ। ਤਾਂ ਹੁਣ ਤਾਂ ਨਹੀਂ ਭੁੱਲਦੇ, ਤੁਹਾਨੂੰ ਪ੍ਰੈਕਟੀਕਲ ਵੀ ਕਰਵਾਤਾ। ਪ੍ਰੈਕਟੀਕਲ ਕਰਾਉਣ ਤੇ ਪਿਕਚਰ ਲਗਾਉਣ ਦਾ ਮਕਸਦ ਇਹੀ ਹੈ ਰਾਜੇ ਕਿ ਆਪਣੀ ਤਿਆਰੀ ਨੂੰ ਆਪਾਂ 101% ਤੇ ਲੈਵਲ ਤੇ ਲੈ ਕੇ ਜਾਣਾ। ਤੁਹਾਡੇ ਵਾਸਤੇ ਕਿ ਨਵੀਂ ਨਵੀਂ ਚੀਜ਼ਾਂ ਕਰਦੇ ਰਹਿੰਦੇ ਆ। ਤਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ, ਠੀਕ ਹੈ। ਤਾਂ ਅੱਗੇ ਆਪਾਂ ਗੱਲ ਕਰਦੇ ਹਾਂ ਜੀ। ਕਹਿੰਦਾ ਫੁੱਲ ਫਾਰਮ ਆਫ HTML। HTML ਹੁੰਦੀ ਰਾਜੇ ਇੱਕ ਮਾਰਕਅਪ ਲੈਂਗੁਏਜ ਹੁੰਦੀ ਹੈ, ਜਿਹੜੀ ਕਿ ਵੈਬ ਪੇਜ ਡਿਜ਼ਾਈਨ ਕਰਨ ਦੇ ਕੰਮ ਆਉਂਦੀ ਹੈ। ਇਹਦੀ ਫੁੱਲ ਫਾਰਮ ਪੁੱਛਦੇ ਰਾਜੇ, ਦੀ ਫੁੱਲ ਫਾਰਮ ਹੈਗੀ ਹੈ ਜੀ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਕਿਹੜੀ ਹੈ ਜੀ, ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਬੇਸਿਕਲੀ ਇਹ ਸਟੈਟਿਕ ਹੁੰਦੀ ਹੈ। ਸਟੈਟਿਕ ਦਾ ਮਤਲਬ ਕੀ ਹੈ ਕਿ ਆਪਾਂ ਕੋਈ ਵੈਬਸਾਈਟ ਬਣਾ ਲਈ, ਉਹ ਫਿਕਸ ਹੋ ਗਈ, ਉਹਦੇ ਵਿੱਚ ਕੋਈ ਚੇਂਜਸ ਨਹੀਂ ਹੋਣਗੀਆਂ। ਹੁਣ ਜਿਵੇਂ ਤੁਸੀਂ ਫੇਸਬੁੱਕ ਦੇਖਦੇ ਹੋਵੋਗੇ, ਫੇਸਬੁੱਕ ਦੇ ਵਿੱਚ ਦਿਨ ਪ੍ਰਤੀ ਦਿਨ ਕੀ ਹੋ ਜਾਂਦਾ, ਨਵੀਆਂ ਚੀਜ਼ਾਂ ਐਡ ਹੋ ਰਹੀਆਂ ਹੁੰਦੀਆਂ। ਜਾਂ ਤੁਸੀਂ WhatsApp ਦੇਖ ਲਓ, ਨਵੇਂ ਫੀਚਰ ਐਡ ਹੋ ਜਾਂਦੇ ਆ, ਫੇਸਬੁੱਕ 'ਚ ਵੀ ਨਵੇਂ ਫੀਚਰ ਐਡ ਹੋ ਜਾਂਦੇ ਆ। ਆਪਾਂ ਲਾਈਵ ਹੋ ਸਕਦੇ ਹਾਂ, ਫਲਾਨਾ ਹੋ ਸਕਦੇ ਹਾਂ, ਚੈਟ ਕਰ ਸਕਦੇ ਹਾਂ, ਲੋਗੋ ਚੇਂਜ ਕਰ ਸਕਦੇ ਹਾਂ, ਵੀਡੀਓ ਲਗਾ ਸਕਦੇ ਹਾਂ। ਤਾਂ ਕਹਿਣ ਦਾ ਮਤਲਬ ਇਹ ਹੁੰਦੀਆਂ ਡਾਇਨਾਮਿਕ। ਇਹ ਕੀ ਹੁੰਦੀਆਂ, ਡਾਇਨਾਮਿਕ। ਤਾਂ ਡਾਇਨਾਮਿਕ ਵਾਸਤੇ ਦਾ ਨੈਕਸਟ ਵਰਜ਼ਨ ਆਇਆ ਸੀਗਾ DHTML। ਕਈ ਵਾਰੀ ਉਹਦੀ ਫੁੱਲ ਫਾਰਮ ਪੁੱਛ ਲੈਂਦੇ ਆ ਰਾਜੇ, ਤਾਂ ਉਹਦੀ ਮੈਂ ਬਾਅਦ 'ਚ ਦੱਸੂਗਾ, ਠੀਕ ਹੈ। ਆਪਣੇ ਕੋਲ ਇੱਕ ਲੈਂਗੁਏਜ ਹੁੰਦੀ ਹੈ ਸਕ੍ਰਿਪਟਿੰਗ ਲੈਂਗੁਏਜ, ਇੱਕ ਹੋਰ ਹੁੰਦੀ ਹੈ XML। XML ਤੋਂ ਬਹੁਤ ਪੁੱਛਦੇ ਆ, ਕਿਉਂਕਿ XML ਦੇ ਵਿੱਚ ਕੀ ਜਿਹੜਾ X ਹੈਗਾ ਰਾਜੇ, ਉਹ ਹੈਗਾ ਐਕਸਟੈਂਸੀਬਲ ਮਾਰਕਅਪ ਲੈਂਗੁਏਜ। ਇਹਦੇ ਬਹੁਤ ਪੁੱਛਦੇ ਆ। ਇੱਥੇ ਬੰਦੇ ਕੀ ਕਰਦੇ, ਉੱਥੇ ਲਿਖਿਆ ਹੁੰਦਾ ਐਕਸਟੈਂਸੀਬਲ, ਐਂ ਲਿਖਿਆ ਹੁੰਦਾ, ਠੀਕ ਹੈ। ਬੰਦੇ ਕੀ ਕਰਦੇ ਆ, ਇਹਨੂੰ ਟਿਕ ਕਰੇ ਹੁੰਦੇ ਆ। ਨਹੀਂ ਜੀ, ਇੱਥੇ ਜਿਹੜਾ ਹੈਗਾ ਨਾ E ਸਾਇਲੈਂਟ ਹੈ। ਤਾਂ ਐਕਸਟੈਂਸੀਬਲ ਮਾਰਕਅਪ ਲੈਂਗੁਏਜ ਕੀ ਪੁੱਛ ਲੈਂਦੇ ਹੁੰਦੇ ਆ, ਕੀ ਪੁੱਛ ਲੈਂਦੇ ਹੁੰਦੇ ਆ, DHTML ਕਿਹੜੀ ਹੁੰਦੀ ਆ, ਜਾਂ ਡਾਇਨਾਮਿਕ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਤਾਂ ਸਾਰੀਆਂ ਯਾਦ ਰੱਖਣੀਆਂ ਰਾਜੇ। ਫਿਲਹਾਲ ਤੁਹਾਨੂੰ ਪੁੱਛਿਆ ਕੀ ਗਿਆ, HTML ਦੀ ਪੁੱਛਿਆ ਗਿਆ। ਤਾਂ HTML ਕੀ ਆ, ਹਾਈਪਰ ਟੈਕਸਟ ਮਾਰਕਅਪ ਲੈਂਗੁਏਜ। ਅੱਗੇ ਮੂਵ ਕਰਦੇ ਹਾਂ ਜੀ ਆਪਾਂ ਨੈਕਸਟ ਕੁਐਸਚਨ ਵੱਲ।
ਕਹਿੰਦਾ ਜੀ ਟੂ ਜੁਆਇਨ ਦਾ ਇੰਟਰਨੈਟ ਦਾ ਕੰਪਿਊਟਰ ਹੈਜ਼ ਟੂ ਬੀ ਕਨੈਕਟਡ ਟੂ ਏ। ਤਾਂ ਕੁਐਸਚਨ ਬਹੁਤ ਵਾਰੀ ਕਰਵਾਇਆ ਹੋਇਆ। ਮੰਨ ਲਓ ਤੁਸੀਂ ਇੰਟਰਨੈਟ ਦੇ ਨਾਲ ਆਪਣੇ ਕੰਪਿਊਟਰ ਨੂੰ ਅਟੈਚ ਕਰਨਾ ਰਾਜੇ, ਤਾਂ ਤੁਹਾਡੇ ਕੋਲੇ ਕੀ ਹੋਣਾ ਚਾਹੀਦਾ, ਇੱਕ ਕਨੈਕਸ਼ਨ ਹੋਣ ਦੀ ਜ਼ਰੂਰਤ ਹੈ। ਦੇਖੋ ਤੁਸੀਂ ਘਰਾਂ ਵਿੱਚ ਕਨੈਕਸ਼ਨ ਲਗਾਏ ਹੋਣਗੇ ਬ੍ਰੌਡਬੈਂਡ ਦੇ ਜਾਂ ਨੈਟ ਪਲੱਸ ਦਾ ਜਾਂ BSNL ਦਾ ਜਾਂ ਏਅਰਟੈਲ ਦਾ, ਜਿਹੜੀ ਵੀ ਕੰਪਨੀ ਦਾ ਲਗਾਇਆ ਰਾਜੇ ਨੂੰ ਕਹਿ ਦਿੰਦੇ ਆ ਇੰਟਰਨੈਟ ਸਰਵਿਸ ਪ੍ਰੋਵਾਈਡਰ। ਕਿਉਂਕਿ ਆਪਾਂ ਨੂੰ ਸਰਵਿਸ ਕੌਣ ਪ੍ਰੋਵਾਈਡ ਕਰਦੇ ਆ ਇੰਟਰਨੈਟ ਦੀ, ਕੰਪਨੀ ਪ੍ਰੋਵਾਈਡ ਕਰਦੀ ਹੈ। ਠੀਕ ਹੈ, ਕੰਪਨੀ ਨੂੰ ਕੌਣ ਕਰਦਾ ਅੱਗੇ ਫਰਦਰ, ਉਹ ਅੱਗੇ ਖਰੀਦਦੇ ਨੇ। ਠੀਕ ਆ, ਉਹ ਮਤਲਬ ਡਾਟਾ ਵਗੈਰਾ। ਤਾਂ ਕਹਿਣ ਦਾ ਮਤਲਬ ਕੀ ਆ ਕਿ ਜਿਵੇਂ ਹੁਣ ਮੰਨ ਲਓ ਮੈਂ ਇੱਥੇ ਗਵਰਨਮੈਂਟ ਆਫਿਸ ਦੇ ਵਿੱਚ, ਘਰ ਦੇ ਵਿੱਚ, ਇਹ ਕੰਪਨੀ ਦੇ ਵਿੱਚ ਜਾਂ ਕਿਤੇ ਵੀ ਸਮਾਲ ਬਿਜ਼ਨਸ ਦੇ ਵਿੱਚ ਮੈਂ ਲਗਾਉਣਾ ਇੰਟਰਨੈਟ, ਤਾਂ ਮੈਨੂੰ ਕੀ ਕਰਨਾ ਪਊਗਾ, ਇਸ ਕੰਪਨੀ ਤੋਂ ਖਰੀਦਣਾ ਪਊਗਾ, ਜਿਹਨੂੰ ਕਹਿ ਦਿੰਦੇ ਆ ਇੰਟਰਨੈਟ ਸਰਵਿਸ ਪ੍ਰੋਵਾਈਡਰ। ਉਸ ਪੁਆਇੰਟ ਨੂੰ ਕਹਿ ਦਿੰਦੇ ਆ ਇੰਟਰਨੈਟ ਸਰਵਿਸ ਪ੍ਰੋਵਾਈਡਰ। ਤਾਂ ਪੁਆਇੰਟ ਹੈ ਕਿਹੜਾ, ਉਹ ਬੇਸਿਕਲੀ ਇੱਕ ਕੰਪਨੀ ਹੁੰਦੀ ਹੈ ਜਿਹੜੀ ਕਿ ਜਿਹਨੂੰ ਆਪਾਂ ਕਹਿ ਦਿੰਦੇ ਆ ISP ਕੰਪਨੀ। ਤਾਂ ਇੰਟਰਨੈਟ ਦੀ ਜਿਹੜੀ ਸਰਵਿਸ ਆਪਾਂ ਇੱਥੋਂ ਖਰੀਦਦੇ ਆ ਤੇ ਇੱਥੇ ਭੇਜਦੇ ਆ। ਠੀਕ ਹੈ ਜੀ, ਤਾਂ ਕਲੀਅਰ ਹੈ। ਤਾਂ ਅੱਗੇ ਚੱਲਦੇ ਹਾਂ ਜੀ। ਕਹਿੰਦਾ ਵਿਚ ਆਫ ਦਾ ਫੋਲੋਇੰਗ ਪ੍ਰੋਵਾਈਡ ਏ ਮੀਨਸ ਆਫ ਦਾ ਪ੍ਰਿੰਟਿੰਗ ਆਊਟ ਫੀਚਰ ਨੋਟਸ ਵਿਦ ਏ ਮਿਨੀਏਚਰ ਸਲਾਈਡਸ ਔਨ ਏ ਪ੍ਰਿੰਟਿੰਗ ਪੇਜ। ਇਹ ਕੁਐਸਚਨ ਜਿੰਨੀ ਵਾਰ ਮਰਜ਼ੀ ਪੜ੍ਹ ਲਓ, ਤੁਹਾਨੂੰ ਸਮਝ ਨਹੀਂ ਆਊਗਾ। ਇਹਦੀ ਕਹਾਣੀ ਕੀ ਤੁਹਾਨੂੰ ਮੈਂ ਦੱਸ ਦਿੰਦਾ। ਇਹਦੀ ਕਹਾਣੀ ਇਹ ਹੈਗਾ ਜੀ, ਜਿਹੜਾ ਪ੍ਰੈਜੈਂਟੇਸ਼ਨ ਹੈ, ਮੰਨ ਲਓ ਹੁਣ ਮੈਂ ਕਿਤੇ ਨਾ ਲੈਕਚਰ ਦੇਣ ਜਾਣਾ, ਮੰਨ ਲਓ ਮੈਂ ਕਿਤੇ ਲੈਕਚਰ ਦੇਣ ਜਾਣਾ, ਉਹ ਲੈਕਚਰ ਦੇਣ ਜਾਣਾ ਮੈਂ ਕੀ ਕੀਤਾ, ਇੱਕ ਪ੍ਰੈਜੈਂਟੇਸ਼ਨ ਬਣਾ ਲਈ। ਪ੍ਰੈਜੈਂਟੇਸ਼ਨ ਦੇ ਵਿੱਚ ਮੈਂ ਕੀ ਕੀਤੀਆਂ ਰਾਜੇ, ਮੈਂ ਸਲਾਈਡ ਸ਼ਾਰਟ ਰਿਵਿਊ 'ਚ ਤੁਹਾਨੂੰ ਦਿਖਾ ਦਿੰਦਾ। ਸਲਾਈਡ ਸ਼ਾਰਟ ਰਿਵਿਊ ਦੇ ਵਿੱਚ ਮੈਂ ਕੀ ਕੀਤੀਆਂ, 4 ਸਲਾਈਡਸ ਬਣਾਈਆਂ ਕਿ ਮੈਂ ਬੱਚਿਆਂ ਨੂੰ ਕੀ ਮੋਟੀਵੇਟ ਕਰਨ ਜਾ ਰਿਹਾ ਕਿਤੇ, ਹਨਾ। ਤਾਂ ਜਦੋਂ ਮੈਂ ਮੋਟੀਵੇਟ ਕਰਨ ਜਾ ਰਿਹਾ ਰਾਜੇ, ਮੈਂ ਆਪਣੀ ਜਿਹੜੀ ਜੋ ਵੀ ਮੈਂ ਪ੍ਰੈਜੈਂਟੇਸ਼ਨ ਬਣਾਈ ਆ ਉਹਦਾ ਇੱਕ ਮੈਂ ਪ੍ਰਿੰਟ ਆਊਟ ਕੱਢ ਕੇ ਆਪਣੀ ਆਡੀਅנס ਨੂੰ ਦੇਣਾ ਹੈ। ਆਡੀਅנס ਕੌਣ, ਜਿਹੜੀ ਮੈਨੂੰ ਸੁਣਨ ਆਉਣਗੇ। ਠੀਕ ਹੈ, ਜਿਹੜਾ ਮੇਰਾ ਲੈਕਚਰ ਸੁਣਨਗੇ। ਉਹ ਦੇਣ ਦਾ ਮਕਸਦ ਇਹ ਹੁੰਦਾ ਕਿ ਉਹਦੇ ਵਿੱਚ ਲਿਖਿਆ ਹੁੰਦਾ ਵੀ ਮੈਂ ਇੰਨੇ ਵਜੇ ਆ ਚੀਜ਼ ਹੋਊਗੀ, ਮਤਲਬ ਕੋਈ ਇਵੈਂਟ ਹੋ ਰਹੀ ਹੈ ਕਿ ਇੰਨੇ ਤੋਂ ਇੰਨੇ ਵਜੇ ਬਲਜਿੰਦਰ ਸਰ ਦਾ ਲੈਕਚਰ ਹੋਊਗਾ, ਇੰਨੇ ਤੋਂ ਇੰਨੇ ਕੋਈ ਉੱਥੇ ਡਾਂਸਿੰਗ ਪ੍ਰੋਗਰਾਮ ਹੋਊਗਾ, ਇੰਨੇ ਤੋਂ ਇੰਨੇ ਕੀ ਹੋਊਗਾ ਉੱਥੇ ਕਮੇਡੀ ਹੋਊਗੀ, ਇੰਨੇ ਤੋਂ ਇੰਨੇ ਲੰਚ ਹੋਊਗਾ, ਜਾਂ ਕੁਝ ਵੀ ਮਤਲਬ ਕਿ ਜੋ ਕਰਨਾ, ਹਨਾ। ਜਾਂ ਆਪਾਂ ਐਂ ਕਹਿ ਸਕਦੇ ਹਾਂ ਕਿ ਜੋ ਮੈਂ ਉੱਥੇ ਲੈ ਜਾ ਕੇ ਲੈਕਚਰ ਦੇਣਾ, ਉਹਦੇ ਰਿਗਾਰਡਿੰਗ ਜੋ ਵੀ ਮੈਂ ਸਲਾਈਡਸ ਬਣਾਈਆਂ ਉਹਦਾ ਪ੍ਰਿੰਟ ਆਊਟ ਅਗਰ ਆਪਣਾ ਆਡੀਅנס ਨੂੰ ਦੇਣਾ ਹੋਵੇ, ਤਾਂ ਉਹਦੇ ਵਾਸਤੇ ਇੱਕ ਆਪਣੇ ਕੋਲੇ ਕੀ ਹੁੰਦਾ, ਇੱਕ ਫੀਚਰ ਹੁੰਦਾ ਰਾਜੇ, ਉਹਨੂੰ ਕਹਿ ਦਿੰਦੇ ਆ ਸਲਾਈਡ ਆਡੀਅנס ਹੈਂਡ ਆਊਟ। ਕੀ ਕਹਿ ਦਿੰਦੇ ਆ, ਆਡੀਅנס ਹੈਂਡ ਆਊਟ। ਹੁਣ ਆਡੀਅנס ਹੈਂਡ ਆਊਟ ਹੁੰਦਾ ਕੀ ਹੈ, ਤੁਹਾਨੂੰ ਮੈਂ ਉਹ ਵੀ ਦਿਖਾ ਦਿੰਦਾ। ਇਸ ਤਰ੍ਹਾਂ ਦਾ ਹੁੰਦਾ ਰਾਜੇ ਆਪਣੇ ਕੋਲੇ। ਠੀਕ ਹੈ ਜੀ, ਆਪਣੇ ਕੋਲੇ ਜਿਹੜੀ ਆਪਸ਼ਨ ਹੁੰਦੀ ਹੈ ਰਾਜੇ, ਉਹ ਵਿਊ ਦੇ ਵਿੱਚ ਜਾ ਕੇ ਹੁੰਦੀ ਹੈ ਆਪਸ਼ਨ। ਵਿਊ ਦੇ ਵਿੱਚ ਜਾਓਗੇ ਤੁਹਾਨੂੰ ਇੱਥੇ ਮਿਲ ਜੂਗਾ ਹੈਂਡ ਆਊਟ ਮਾਸਟਰ। ਹੈਂਡ ਆਊਟ ਮਾਸਟਰ ਮਿਲ ਜੂਗਾ। ਇੱਥੋਂ ਆਪਾਂ ਕੀ ਕਰ ਸਕਦੇ ਹਾਂ, ਵੱਖਰੀ ਵੱਖਰੀ ਸਲਾਈਡਸ ਖੋਲ ਸਕਦੇ ਹਾਂ। ਜਿਵੇਂ ਮੰਨ ਲਓ ਮੈਂ ਇੱਕ ਪੇਜ ਤੇ 4 ਸਲਾਈਡ ਦਾ ਪ੍ਰਿੰਟ ਆਊਟ ਕੱਢਣਾ, ਇੱਕ ਤੇ 6 ਦਾ ਕੱਢਣਾ, ਠੀਕ ਹੈ, 2 ਦਾ ਕੱਢਣਾ, ਉਹ ਮੇਰੀ ਮਰਜ਼ੀ ਆ। ਤੁਹਾਨੂੰ ਮੈਂ ਕਰਕੇ ਵੀ ਦਿਖਾ ਦਿੰਦਾ ਇੱਕ ਵਾਰੀ। ਆਹ ਦੇਖੋ, ਜਿਵੇਂ ਹੁਣ ਮੰਨ ਲਓ ਵਿਊ ਦੇ ਵਿੱਚ ਮੈਂ ਜਾਊਂਗਾ ਤਾਂ ਇੱਥੇ ਪਿਆ ਜੀ, ਦੇਖੋ ਜੀ ਹੈਂਡ ਆਊਟ ਮਾਸਟਰ। ਠੀਕ ਹੈ, ਪਿਆ ਨਾ ਹੈਂਡ ਆਊਟ ਮਾਸਟਰ। ਤਾਂ ਹੈਂਡ ਆਊਟ ਮਾਸਟਰ ਦੇ ਵਿੱਚ ਮੈਂ ਜਦੋਂ ਕਲਿੱਕ ਕਰੂੰਗਾ ਤਾਂ ਦੇਖੋ ਮੇਰੇ ਸਾਹਮਣੇ ਡਿਜ਼ਾਈਨ ਦਿਖਾਤਾ। ਡਿਜ਼ਾਈਨ ਦਿਖਾਤਾ, ਕਹਿੰਦਾ ਵੀ ਬਾਈ ਡਿਫਾਲਟ ਇੱਕ ਪੇਜ ਤੇ 6 ਸਲਾਈਡ ਕੱਢ ਸਕਦੇ ਆਪਾਂ। ਮੰਨ ਲਓ ਆਪਣੀ ਆਡੀਅנס ਨੂੰ ਪ੍ਰਿੰਟ ਆਊਟ ਦੇਣੇ ਆ, ਤਾਂ ਆਪਾਂ ਇੱਕ ਪੇਜ ਤੇ 6 ਕੱਢ ਸਕਦੇ ਹਾਂ। ਆਪਾਂ ਘੱਟ ਵੱਧ ਕਰਨੀਆਂ ਘੱਟ ਵੱਧ ਕਰ ਸਕਦੇ ਹਾਂ। ਆਪਾਂ ਮੰਨ ਲਓ 3 ਕੱਢਣੀਆਂ, 4 ਕੱਢਣੀਆਂ, ਹੁਣ ਮੈਂ 4 ਕੱਢ ਸਕਦਾ, ਮੈਂ 2 ਕੱਢਣੀਆਂ, 2 ਵੀ ਕੱਢ ਸਕਦਾ। ਉਹ ਮੇਰੀ ਮਰਜ਼ੀ ਆ ਕਿ ਮੇਰਾ ਡਾਟਾ ਕਿਸ ਤਰ੍ਹਾਂ ਦਾ ਹੈਗਾ। ਤੇ ਇਹਨੂੰ ਕਹਿ ਦਿੰਦੇ ਆ ਰਾਜੇ ਆਡੀਅנס ਹੈਂਡ ਆਊਟ ਕਹਿ ਦਿੰਦੇ ਆ। ਠੀਕ ਹੈ, ਇਹ ਬਹੁਤ ਕੁਐਸਚਨ ਪੁੱਛਦੇ ਆ, ਬੱਚਿਆਂ ਨੂੰ ਸਮਝ ਨਹੀਂ ਆਉਂਦਾ ਕਿਉਂਕਿ ਬੱਚਿਆਂ ਨੇ ਇਹ ਚੀਜ਼ ਦੇਖੀ ਨਹੀਂ ਹੁੰਦੀ। ਤਾਂ ਇਹਦਾ ਰਾਈਟ ਆਂਸਰ ਕੀ ਬਣਦਾ ਰਾਜੇ, ਆਡੀਅנס ਹੈਂਡ ਆਊਟ ਆਂਸਰ ਬਣਦਾ। ਤਾਂ ਨੋਟ ਕਰ ਲਿਓ। ਠੀਕ ਹੈ ਜੀ, ਤਾਂ ਇਹ ਬੇਸਿਕਲੀ ਆਪਾਂ ਇੱਕ ਬਸ ਹਾਰਡ ਕਾਪੀ ਪ੍ਰੋਵਾਈਡ ਕਰਦੇ ਆ ਆਪਣੀ ਆਡੀਅנס ਨੂੰ। ਓਕੇ, ਤਾਂ ਹੁੰਦਾ ਕਿੱਥੇ ਆ ਵੀ ਯਾਦ ਰੱਖ ਲਿਓ, ਵਿਊ ਦੇ ਵਿੱਚ ਜਾ ਕੇ ਹੁੰਦਾ। ਨੈਕਸਟ ਗੱਲ ਕਰਦੇ ਆ ਜੀ, ਆਹ ਕੁਐਸਚਨ ਇਹ ਕੁਐਸਚਨ ਜਿਹੜੇ ਹੁੰਦੇ ਨੇ ਪ੍ਰੈਕਟੀਕਲੀ ਹੁੰਦੇ ਆ, ਪਰ ਥੋੜਾ ਜਿਹਾ ਦਿਮਾਗ ਲਾਉਣ ਦੀ ਜ਼ਰੂਰਤ ਹੁੰਦੀ ਹੈ। ਕਹਿੰਦਾ ਜੀ ਮੈਂ ਐਕਸਲ ਦੇ ਵਿੱਚ ਕੀ ਕੀਤਾ, ਸੈਲ ਐਡਰੈਸ ਹੁੰਦਾ ਰਾਜੇ ਐਕਸਲ ਦੇ ਵਿੱਚ। ਹੁਣ ਮੰਨ ਲਓ ਇੱਧਰ ਕੀ ਹੁੰਦੀਆਂ ਨੇ, ਰੋਜ਼ ਹੁੰਦੀਆਂ ਨੇ। ਐਂ ਮੈਂ ਬਣਾ ਕੇ ਦਿਖਾਦਾ ਥੋੜਾ ਜਿਹਾ। ਆਹ ਹੁੰਦਾ ਜੀ ਐਕਸਲ ਦੀ ਵਰਕਸ਼ੀਟ। ਠੀਕ ਹੈ ਜੀ, ਇੱਧਰ ਰੋਜ਼ ਹੁੰਦੀਆਂ ਨੇ, ਮੰਨ ਲਓ 1 ਨੰਬਰ 2 ਨੰਬਰ 3 ਨੰਬਰ। ਇੱਧਰ ਕੀ ਹੁੰਦੇ, ਕਾਲਮ ਹੁੰਦੇ ਆ ABC। ਹੁਣ ਮਤਲਬ ਜਿਹੜਾ ਆਹ ਇਹਦਾ ਸੈਲ ਐਡਰੈਸ ਕੀ ਹੋਊਗਾ, A1 ਪਹਿਲਾਂ ਕਾਲਮ ਹੁੰਦਾ, ਫਿਰ ਰੋ ਹੁੰਦੀ ਆ A1। ਹੁਣ ਮੈਂ ਇਹਦੀ ਗੱਲ ਕਰਾਂ ਤਾਂ ਇਹ ਕੀ ਹੋਊਗਾ A3। ਇਹਦੀ ਗੱਲ ਕਰਾਂ ਇਹ ਕੀ ਹੋਊਗਾ C1। ਤਾਂ ਇਸ ਤਰ੍ਹਾਂ ਹੁੰਦੇ ਆ ਐਡਰੈਸ। ਕਹਿੰਦਾ ਜੀ ਮੈਂ D5 ਦੇ ਵਿੱਚ ਇੱਕ ਫਾਰਮੂਲਾ ਟਾਈਪ ਕੀਤਾ, ਸਮ ਇਜ਼ ਇਕੁਅਲ ਟੂ ਸਮ ਕੀ ਕੀਤਾ D1 ਤੋਂ D4। ਕਹਿੰਦਾ ਸੇਮ ਫਾਰਮੂਲਾ ਮੈਂ D5 ਤੋਂ ਕਾਪੀ ਕਰਕੇ D9 ਦੇ ਵਿੱਚ ਲਿਖੂੰਗਾ, ਤਾਂ ਜਿਹੜੇ ਆਹ ਹੈਗੇ ਆ ਰੈਫਰੈਂਸ, ਇਹ ਚੇਂਜ ਹੋ ਜਾਊਗਾ। ਕਿਉਂ ਚੇਂਜ ਹੁੰਦਾ ਰਾਜੇ, ਇਹਨੂੰ ਕਹਿ ਦਿੰਦੇ ਆ ਰਿਲੇਟਿਵ ਰੈਫਰੈਂਸ ਕਹਿ ਦਿੰਦੇ ਆ। ਕੀ ਕਹਿ ਦਿੰਦੇ ਆ, ਰਿਲੇਟਿਵ ਰੈਫਰੈਂਸ। ਕਿਉਂਕਿ ਆਪਣੇ ਕੋਲ 3 ਤਰ੍ਹਾਂ ਦੇ ਰੈਫਰੈਂਸ ਹੁੰਦੇ ਆ, ਰਿਲੇਟਿਵ, ਐਬਸੋਲੂਟ ਤੇ ਮਿਕਸ। ਜਿਹੜਾ ਐਬਸੋਲੂਟ ਹੁੰਦਾ ਰਾਜੇ, ਉਹਦੇ ਵਿੱਚ ਨਹੀਂ ਚੇਂਜ ਹੁੰਦੇ। ਉਹਦੇ ਵਿੱਚ ਜੋ ਮੈਂ ਲਿਖਿਆ D1 ਤੋਂ D4 ਉਹ ਸੇਮ ਹੀ ਰਹੂਗਾ। ਪਰ ਉਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਪੈਂਦਾ, ਲੌਕ ਕਰਨਾ ਪੈਂਦਾ। ਉਹਦੇ ਵਾਸਤੇ ਹੁੰਦਾ $ਸਾਈਨ। ਉਹ ਮੈਂ ਕਰਵਾਇਆ ਹੋਇਆ, ਪ੍ਰੈਕਟੀਕਲ ਵੀ ਕਰਵਾਇਆ ਹੋਇਆ, ਚੈਨਲ ਤੇ ਪਿਆ, ਦੇਖ ਲਿਓ। ਫਿਲਹਾਲ ਦੀ ਘੜੀ ਜਦੋਂ ਮੈਂ ਇਹਨੂੰ ਕਾਪੀ ਕਰੂੰਗਾ ਤਾਂ ਰਾਜੇ ਜਿਵੇਂ D1 ਤੋਂ D4 ਸੀਗਾ, D5 ਦੇ ਵਿੱਚ ਕੀ ਸੀਗਾ, D1 ਤੋਂ D4, ਮਤਲਬ ਕਿ ਇਸ ਤੋਂ ਉੱਪਰ ਵਾਲੇ ਸੀਗੇ। ਠੀਕ ਹੈ, ਤਾਂ ਹੁਣ D9 ਤੋਂ ਉੱਪਰ ਵਾਲਾ ਕਿਹੜਾ ਹੈਗਾ ਰਾਜੇ, D8। ਤਾਂ ਪਹਿਲਾਂ D8 ਠੀਕ ਹੈ ਜੀ ਆਉਣਾ ਚਾਹੀਦਾ, ਪਿੱਛੇ D8 ਆਉਣਾ ਚਾਹੀਦਾ। ਤਾਂ 9 ਵਾਲਾ ਤਾਂ ਖਤਮ ਹੀ ਹੋ ਗਈ ਆਪਸ਼ਨ। ਤਾਂ ਆਪਣੇ ਕੋਲ ਆਪਸ਼ਨਾਂ ਕਿਹੜੀਆਂ ਬਚੀਆਂ, 2 ਬਚੀਆਂ। ਦੇਖੋ D1 ਤੋਂ D8, D5 ਤੋਂ D8। ਹੁਣ ਤੁਸੀਂ ਆਹ ਦੇਖੋ ਵੀ ਇਹਦੇ ਵਿੱਚ ਕਿੰਨੇ ਸੈੱਲ ਆ ਰਹੇ ਆ, 4 ਸੈੱਲ ਆ ਰਹੇ ਆ, D1 ਪਲੱਸ D2 ਪਲੱਸ D3 ਪਲੱਸ D4। ਤਾਂ 4 ਹੀ ਆ ਰਹੇ ਆ। ਪਰ ਇਹਦੇ ਵਿੱਚ ਕਿੰਨੇ ਆ ਰਹੇ ਆ, ਦੇਖੋ D1 D2 D3 D4 5 6 7 8, ਮਤਲਬ ਵੱਧ ਗਏ। ਤਾਂ ਕਹਿੰਦਾ ਮਤਲਬ ਆਹੀ ਆਂਸਰ ਬਣੂਗਾ, ਕਿਉਂਕਿ ਜੇ ਮੈਂ ਇਹਨੂੰ ਪਲੱਸ ਕਰਾਂ D5 ਪਲੱਸ D6 ਪਲੱਸ D7 ਪਲੱਸ D8,
ਤਾਂ ਹਜੇ ਨਹੀਂ ਸਮਝ ਆਇਆ, ਚਲੋ ਫਿਰ ਆਪਾਂ ਚੱਲਦੇ ਹਾਂ ਜੀ ਪ੍ਰੈਕਟੀਕਲ ਵਿੰਡੋ ਦੇ ਉੱਪਰ, ਕਿਉਂਕਿ ਆਪਾਂ ਤਾਂ ਪ੍ਰੈਕਟੀਕਲ ਕਰਨਾ ਹੈ। ਤੁਸੀਂ ਆ ਚੁੱਕੇ ਹੋ ਜੀ ਪੋਜ਼ਿਟਿਵ ਬਾਈ ਪੰਜਾਬ ਦੇ ਉੱਪਰ, ਚਿੰਤਾ ਨਹੀਂ ਕਰਨੀ ਕੰਪਿਊਟਰ ਦੀ। ਹੁਣ ਦੇਖੋ ਜੀ, ਆ ਹੈਗਾ ਜੀ ਮੇਰਾ D1 D2 D3 D4 D5। ਮੈਂ ਪਹਿਲਾਂ ਟਾਈਪ ਕਰ ਲਿਆ, ਚ ਫਾਰਮੂਲਾ ਕੀ ਟਾਈਪ ਕੀਤਾ, ਸਮ ਇਜ਼ ਇਕੁਅਲ ਟੂ D1 ਟੂ D4 ਕਰ ਲਿਆ। ਹੁਣ ਜ਼ੀਰੋ ਵੈਲਿਊ ਤਾਂ ਦਿਖਾ ਰਿਹਾ, ਜ਼ੀਰੋ ਵੈਲਿਊ ਤਾਂ ਦਿਖਾ ਰਿਹਾ ਕਿਉਂਕਿ ਮੈਂ ਹਜੇ ਕੀ ਆ ਉੱਥੇ, ਇਹਨੂੰ ਯਾਰ ਆ ਗਿਆ, ਇਹਨੂੰ ਕੀ ਹਜੇ ਮੈਂ ਕੀ ਆ, ਹਜੇ ਇਹਦੇ ਚ ਕੋਈ ਵੈਲਿਊ ਨਹੀਂ ਲਿਖੀ ਤਾਂ ਕਿ ਜ਼ੀਰੋ ਦਿਖਾ ਰਿਹਾ। ਤਾਂ ਫਾਰਮੂਲਾ ਦੇਖਣ ਵਾਸਤੇ ਆਪਾਂ ਡਬਲ ਕਲਿੱਕ ਕਰਤਾ ਜੀ। ਹੁਣ ਉਹ ਕਹਿੰਦਾ ਕੀ ਆ ਵੀ D5 ਦੇ ਵਿੱਚ ਇੱਕ ਫਾਰਮੂਲਾ ਟਾਈਪ ਕੀਤਾ ਆਪਾਂ, ਸਮ ਇਜ਼ ਇਕੁਅਲ ਟੂ D1 ਟੂ D4। ਸੇਮ ਫਾਰਮੂਲਾ ਆਪਾਂ ਕਾਪੀ ਕਰ ਲੈਣੇ ਕੰਟਰੋਲ C ਦੇ ਨਾਲ। ਕਹਿੰਦਾ ਕਿੱਥੇ ਕਾਪੀ ਕਰ ਦੋ, ਕਹਿੰਦਾ D9 ਦੇ ਵਿੱਚ ਕਾਪੀ ਕਰ ਦੋ। ਜਦੋਂ ਮੈਂ D9 ਦੇ ਵਿੱਚ ਕਾਪੀ ਕਰਦਾ ਤਾਂ ਫੇਰ ਫਾਰਮੂਲਾ ਤਾਂ ਸੇਮ ਹੀ ਕਾਪੀ ਹੋਇਆ, ਬਟ ਉਹ ਕਹਿੰਦਾ ਵੀ ਫਾਰਮੂਲਾ ਜਿਹੜਾ ਰੈਫਰੈਂਸ ਆ ਕੀ ਆਊਗਾ, ਦੇਖੋ ਤੁਹਾਡੇ ਸਾਹਮਣੇ ਆ ਰਿਹਾ D5 ਟੂ D8। ਤਾਂ ਇਹੀ ਉਹ ਪੁੱਛ ਰਿਹਾ ਸੀਗਾ ਕਿ ਕਿੰਨਾ ਆਂਸਰ ਆਊਗਾ, ਤਾਂ D5 ਤੋਂ D8 ਆ ਗਿਆ। ਕਿਉਂ ਆ ਗਿਆ ਰਾਜੇ, ਕਿਉਂਕਿ ਇਹ ਰਿਲੇਟਿਵ ਸੈੱਲ ਰੈਫਰੈਂਸ ਹੁੰਦਾ ਹੈ। ਰਿਲੇਟਿਵ ਸੈੱਲ ਰੈਫਰੈਂਸ ਦੇ ਵਿੱਚ ਕੀ ਹੁੰਦਾ ਹੈ, ਰਿਲੇਟਿਵ ਸੈੱਲ ਰੈਫਰੈਂਸ ਦੇ ਵਿੱਚ ਕੀ ਹੁੰਦਾ ਰਾਜੇ, ਜੋ ਫਾਰਮੂਲਾ ਇੱਥੇ ਹੋਊਗਾ ਸੇਮ ਇਹਨੇ 4 ਬਾਕਸ ਕਾਪੀ ਕੀਤੇ, ਤਾਂ ਸੇਮ ਇਹ ਵੀ 4 ਬਾਕਸ ਹੀ ਕਾਪੀ ਕਰੂਗਾ। ਤਾਂ ਸਮਝ ਗਏ ਜੀ, ਤਾਂ ਕਰਕੇ D5 ਤੋਂ D8 ਆਇਆ। ਤਾਂ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ। ਇਹ ਪ੍ਰੈਕਟੀਕਲ ਕਰਨ ਵਾਲੇ ਹੁੰਦੇ ਆ, ਆਪਣਾ ਪ੍ਰੈਕਟੀਕਲ ਚੱਲ ਰਿਹਾ, ਐਕਸਲ ਦਾ ਵੈਸੇ ਕਰਾਇਆ ਵੀ ਹੋਇਆ ਤੇ ਫਾਰਮੂਲੇ ਵਾਲਾ ਚੱਲ ਵੀ ਰਿਹਾ ਸੀਗਾ, ਵਿੱਚ ਵਿਚਾਲੇ ਥੋੜਾ ਜਿਹਾ ਰਹਿ ਗਿਆ ਟਾਈਮ ਦੀ ਕਮੀ ਕਰਕੇ। ਬਾਕੀ ਉਹਨੂੰ ਰਿਜ਼ਿਊਮ ਕਰਦੇ ਹਾਂ ਜਲਦੀ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਏ ਕਰੈਕਟ ਮੇਲ ਮਰਜ ਫੀਲਡ। ਤਾਂ ਮੇਲ ਮਰਜ ਦੀ ਵੀ ਮੈਂ ਪ੍ਰੈਕਟੀਕਲ ਵੀਡੀਓ ਕਰਾਈ ਹੋਈ ਹੈ ਰਾਜੇ। ਮੇਲ ਮਰਜ ਫੀਲਡ ਕੀ ਹੁੰਦੇ ਆ, ਕਿ ਆਪਾਂ ਆਪਦੀ ਮੇਲ ਦੇ ਵਿੱਚ ਕਿਹੜੀ ਚੀਜ਼ਾਂ ਲੈ ਕੇ ਆਉਣੀਆਂ, ਮਤਲਬ ਨਾਮ ਲੈ ਕੇ ਆਉਣਾ ਹੈ, ਠੀਕ ਹੈ, ਰੋਲ ਨੰਬਰ ਲੈ ਕੇ ਆਉਣਾ, ਐਡਰੈਸ ਲੈ ਕੇ ਆਉਣਾ, ਫੋਨ ਨੰਬਰ ਲੈ ਕੇ ਆਉਣਾ। ਤਾਂ ਉਹਦਾ ਜਿਹੜਾ ਬੈਸਟ ਹੈਗਾ ਰਾਜੇ, ਜਿਹੜਾ ਸਹੀ ਫਾਰਮੈਟ ਹੈਗਾ, ਉਹ ਆਹ ਫਾਰਮੈਟ ਹੁੰਦਾ ਰਾਜੇ, ਡਬਲ ਐਂਗੂਲਰ ਬ੍ਰੈਕਟ ਹੁੰਦੀ ਹੈ। ਇਹ ਐਂਗੂਲਰ ਬ੍ਰੈਕਟ ਹੁੰਦੀਆਂ ਨੇ ਇਸ ਤਰ੍ਹਾਂ। ਇਹਦੇ ਵਿੱਚ ਮੈਂ ਕੁਝ ਵੀ ਲਿਖੂੰਗਾ, ਮੰਨ ਲਓ ਕੋਈ ਮੈਂ ਆਈਡੀ ਲਿਖਣੀ ਹੈ, ਮੰਨ ਲਓ ਫੋਨ ਨੰਬਰ ਲਿਖਣਾ ਹੈ, ਇਹ ਜੋ ਵੀ ਲਿਖਣਾ ਤੁਸੀਂ, ਠੀਕ ਹੈ, ਮੰਨ ਲਓ ਨੇਮ ਲਿਖਣਾ ਹੈ, ਤਾਂ ਆਪਣੇ ਕੋਲੇ ਕਿਹੜਾ ਹੋਊਗਾ, ਇਹ ਵਾਲਾ ਹੋਊਗਾ। ਤਾਂ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਰਾਜੇ, ਆਹ ਦੇਖੋ ਜੇ ਮੈਂ ਫੁੱਲ ਨੇਮ ਲਿਖਣਾ ਹੈ, ਸਿਟੀ ਲਿਖਣੀ ਆ, ਇਹ ਮੇਲ ਮਰਜ ਦੇ ਕੀ ਹੁੰਦੇ ਨੇ, ਫੀਲਡ ਹੁੰਦੇ ਨੇ। ਕਲੀਅਰ ਹੈ ਜੀ। ਤਾਂ ਇਹ ਆਊਗਾ ਰਾਈਟ ਫਾਰਮੈਟ। ਰਾਈਟ ਫਾਰਮੈਟ ਹੀ ਉਹਨੇ ਪੁੱਛਿਆ। ਦੇਖੋ ਤੁਹਾਨੂੰ ਭੁਲੇਖਾ ਪਾਉਣ ਵਾਸਤੇ ਜਾਣ ਕੇ ਉਹਨੇ ਕੀ ਕੀਤਾ, ਤੁਹਾਨੂੰ ਭੁਲੇਖਾ ਪਾਉਣ ਵਾਸਤੇ ਦੇਖੋ ਆ ਕੀ ਕਰ, ਡਬਲ ਕੋਡ ਪਾਤੇ, ਸਿੰਗਲ ਕੋਡ ਪਾਤੇ, ਹੈਸ਼ ਪਾਤੇ। ਤਾਂ ਹੈਸ਼ ਕੁਛ ਨਹੀਂ ਹੈਗਾ ਭਾਈ, ਤਾਂ ਇੱਥੇ ਐਂਗੂਲਰ ਬ੍ਰੈਕਟਸ ਨੇ ਸਾਰੀਆਂ। ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ ਵਟ ਵਿਚ ਆਫ ਦਾ ਫੋਲੋਇੰਗ ਇਜ਼ ਦਾ ਸਮਾਲੈਸਟ ਵਿਜ਼ੂਅਲ ਐਲੀਮੈਂਟ ਔਨ ਦਾ ਵੀਡੀਓ ਮੋਨੀਟਰ। ਤਾਂ ਰਾਜੇ ਉਹ ਹੁੰਦਾ ਜੀ ਪਿਕਸਲ। ਪਿਕਸਲ ਕੀ ਚੀਜ਼ ਹੁੰਦੀ ਹੈ ਰਾਜੇ, ਹੁਣ ਜਿਵੇਂ ਮੰਨ ਲਓ ਮੈਂ ਤੁਹਾਨੂੰ ਕਹਾਂ ਵੀ ਆਹ ਮੈਂ ਇੱਕ ਚੀਜ਼ ਬਣਾ ਰਿਹਾ, ਦੇਖੋ ਤੁਹਾਨੂੰ ਨਜ਼ਰ ਆ ਰਹੀ ਹੈ, A ਬਣਾਇਆ। ਹੁਣ ਮੈਂ ਕੀ ਹੈ, ਪਿਕਸਲ ਵਧਾਤੇ, ਵੱਧ ਡਾਟ ਜੇ ਵੱਧ ਵਧਾਤੇ, ਦੇਖੋ ਤੁਹਾਨੂੰ A ਜ਼ਿਆਦਾ ਕਲੀਅਰ ਹੋ ਰਿਹਾ ਹੋਊਗਾ। ਤਾਂ ਪਿਕਸਲ ਕੀ ਹੁੰਦਾ ਰਾਜੇ, ਜਿਹੜਾ ਪਿਕਸਲ ਉਹ ਚੀਜ਼ ਹੁੰਦੀ ਜਿਹੜੀ ਕਿ ਮੋਨੀਟਰ ਦੀ ਰੈਜ਼ੋਲੂਸ਼ਨ ਕ੍ਰੀਏਟ ਕਰਦੀ ਹੈ। ਰੈਜ਼ੋਲੂਸ਼ਨ ਦਾ ਮਤਲਬ ਹੁੰਦਾ ਕਿ ਉਹਦੀ ਸਕਰੀਨ ਕ੍ਰੀਏਟ ਕਰਦੀ ਆ ਵੀ ਉਹ ਕਿੰਨਾ ਕੁ ਉਹਦੀ ਕਲੈਰਿਟੀ ਹੋਊਗੀ। ਹੁਣ ਤੁਸੀਂ YouTube ਤੇ ਵੀਡੀਓ ਦੇਖਦੇ ਹੋਵੋਗੇ, 144 ਦੇ ਵਿੱਚ ਦੇਖ ਲਓ, 720 ਦੇ ਵਿੱਚ ਦੇਖ ਲਓ, 1080 ਦੇ ਵਿੱਚ ਦੇਖ ਲਓ, ਦੇਖੋ ਜਿਹੜੀ ਇਸ ਤੋਂ ਵੱਧ ਪਿਕਸਲ ਹੋਣਗੇ ਉਹ ਜ਼ਿਆਦਾ ਕਲੀਅਰ ਹੋਊਗੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਹਾਈ ਡੈਫੀਨੇਸ਼ਨ ਕਹਿ ਦਿੰਦੇ ਆ, HD ਵੀਡੀਓ ਕਹਿ ਦਿੰਦੇ ਆ, ਹਾਈ ਡੈਫੀਨੇਸ਼ਨ। ਤਾਂ ਇਸ ਤੋਂ ਵੱਧ ਪਿਕਸਲ ਵਾਲੀ ਦੇਖੋਗੇ ਤਾਂ ਹੋਰ ਕਲੀਅਰ ਹੋਊਗੀ। ਤਾਂ ਵਿਜ਼ੂਅਲ ਜਿਹੜਾ ਐਲੀਮੈਂਟ ਹੁੰਦਾ, ਪਿਕਸਲ ਹੁੰਦਾ ਰਾਜੇ ਸਕਰੀਨ ਦੇ ਉੱਪਰ, ਆ ਹੁੰਦਾ ਜਿਹੜਾ ਡਾਟ ਹੁੰਦਾ, ਡਾਟ ਨੂੰ ਪਿਕਸਲ ਕਹਿ ਦਿੰਦੇ ਆ। ਜਿੰਨੇ ਇੰਚ ਦੇ ਵਿੱਚ ਕੀ ਆ ਪਿਕਸਲ ਵੱਧ ਹੋਣਗੇ, ਉਨੀ ਵੱਧ ਕੀ ਹੋਊਗੀ, ਕਲੈਰਿਟੀ ਹੋਊਗੀ। ਹੁਣ ਕੁਐਸਚਨ ਕੀ ਪੁੱਛਦੇ ਹੁੰਦੇ ਆ ਕਿ ਪਿਕਸਲ ਕਾਹਦੇ ਵਾਸਤੇ ਵਰਤਿਆ ਜਾਂਦਾ, ਮੋਨੀਟਰ ਦੀ ਰੈਜ਼ੋਲੂਸ਼ਨ ਬਣਾਉਣ ਵਾਸਤੇ। ਤਾਂ ਇੱਕ ਪੁੱਛਦੇ ਹੁੰਦੇ ਆ DPI। DPI ਕੀ ਚੀਜ਼ ਹੁੰਦੀ ਹੈ, ਡਾਟ ਪਰ ਇੰਚ। ਜਿੰਨੇ ਡਾਟ ਪਰ ਇੰਚ ਹੋਣਗੇ, ਡਾਟ ਕੀ ਹੈ, ਡਾਟ ਨੂੰ ਆਪਾਂ ਕੀ ਕਹਿੰਦੇ, ਪਿਕਸਲ। ਜਿੰਨੇ ਪਿਕਸਲ ਵੱਧ ਹੋਣਗੇ ਪਰ ਇੰਚ ਦੇ ਵਿੱਚ, ਉਨੀ ਕੀ ਹੋਊਗੀ, ਜ਼ਿਆਦਾ ਕਲੈਰਿਟੀ ਹੋਊਗੀ, ਉਨੀ ਕੀ ਹੋਊਗੀ, ਹਾਈ ਡੈਫੀਨੇਸ਼ਨ ਕਲੈਰਿਟੀ ਹੋਊਗੀ। ਚਾਹੇ ਪਿਕਚਰ ਆ ਚਾਹੇ ਕੋਈ ਵੀਡੀਓ ਹੈ। ਕਲੀਅਰ ਹੈ, ਪਿਕਸਲ ਕਹਿ ਦਿੰਦੇ ਆ ਜੀ ਉਹਨੂੰ। ਅੱਗੇ ਗੱਲ ਕਰਦੇ ਹਾਂ ਜੀ, ਚਲੋ ਇਹ ਆਪਾਂ ਦੇਖ ਲਿਆ। ਅੱਜ ਦਾ ਲਾਸਟ ਕੁਐਸਚਨ ਹੈ, ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਸੌਫਟਵੇਅਰ ਇਜ਼ ਮੋਸਟ ਐਪਰੋਪ੍ਰੀਏਟ ਟੂ ਪਰਫਾਰਮ ਦਾ ਸਟੈਟਿਸਟੀਕਲ ਕੈਲਕੂਲੇਸ਼ਨ। ਠੀਕ ਹੈ, ਸਭ ਤੋਂ ਢੁਕਵਾਂ ਜਾਂ ਕਿਹੜਾ ਹੈਗਾ ਜਿਹੜਾ ਕਿ ਆਪਾਂ ਨੂੰ ਮੈਥ ਦੇ ਕੰਮ ਕਰਨ ਵਾਸਤੇ, ਸਟੈਟਿਸਟੀਕਲ ਕੰਮ ਕਰਨ ਵਾਸਤੇ ਵਰਤਿਆ ਜਾਂਦਾ ਰਾਜੇ। ਤਾਂ ਤੁਹਾਨੂੰ ਪਤਾ ਇਹ ਹੈਗਾ ਜੀ ਸਪਰੈਡਸ਼ੀਟ, ਜਿਹਨੂੰ ਆਪਾਂ ਐਕਸਲ ਕਹਿ ਦਿੰਦੇ ਆ। ਸਪਰੈਡਸ਼ੀਟ ਕਿਉਂ ਕਹਿੰਦੇ ਇਹਨੂੰ ਰਾਜੇ, ਸਪਰੈਡਸ਼ੀਟ ਤਾਂ ਕਹਿੰਦੇ ਆ, ਦੇਖੋ ਜਿਹੜੀ ਇਹ ਸ਼ੀਟ ਹੁੰਦੀ ਆ, ਆਹ ਕੀ ਆਪਣੇ ਕੋਲ ਸਾਹਮਣੇ ਕੀ ਖੁੱਲੀ ਹੋਈ ਆ, ਇੱਕ ਸ਼ੀਟ ਖੁੱਲੀ ਹੋਈ ਆ। ਇਸ ਸ਼ੀਟ ਨੂੰ ਆਪਾਂ ਜਿੰਨਾ ਮਰਜ਼ੀ ਸਪਰੈਡ ਕਰ ਸਕਦੇ ਹਾਂ, ਆਪਾਂ ਇਧਰ ਨੂੰ ਵੀ ਵਧਾ ਸਕਦੇ ਹਾਂ, ਠੀਕ ਹੈ ਜੀ, ਥੱਲੇ ਨੂੰ ਵੀ ਵਧਾ ਸਕਦੇ ਹਾਂ, ਸਪਰੈਡ ਕਰ ਸਕਦੇ ਹਾਂ। ਤਾਂ ਇਹਨੂੰ ਕੀ ਕਹਿ ਦਿੰਦੇ ਆ, ਸਪਰੈਡ ਸ਼ੀਟ ਕਹਿ ਦਿੰਦੇ ਆ। ਦੂਸਰਾ ਨਾਮ ਕੀ ਇਹਦਾ ਰਾਜੇ, ਵਰਕ ਸ਼ੀਟ ਵੀ ਕਹਿ ਦਿੰਦੇ ਆ। ਤਾਂ ਇਹ ਇੱਕ ਵਰਕ ਸ਼ੀਟ ਹੈ, ਇਹ ਸੈਕੰਡ ਸ਼ੀਟ ਹੈ, ਥਰਡ ਵਰਕ ਸ਼ੀਟ ਹੈ। ਪਰ ਜਿਹੜੀ ਸਾਰੀ ਵਰਕ ਸ਼ੀਟ ਨੂੰ ਕੰਟੇਨ ਕਰਦੀ ਹੈ ਰਾਜੇ, ਉਹਨੂੰ ਆਪਾਂ ਕੀ ਕਹਿ ਦਿੰਦੇ ਆ, ਵਰਕ ਬੁੱਕ। ਧਿਆਨ 'ਚ ਰੱਖਣਾ, ਵਰਕ ਬੁੱਕ ਤੇ ਵਰਕ ਸ਼ੀਟ ਦੇ ਵਿੱਚ ਫਰਕ ਹੈ। ਜਿਵੇਂ ਤੁਸੀਂ ਇੱਕ ਬੁੱਕ ਲਿਆਏ, ਬੁੱਕ ਕੀ ਹੈ, ਇੱਕ ਵਰਕ ਬੁੱਕ ਹੈ, ਉਹਦੇ ਵਿੱਚ ਜਿਹੜੇ ਪੇਜ ਹੈਗੇ ਆ 1 ਤੋਂ ਲੈ ਕੇ ਜਿਵੇਂ ਮੰਨ ਲਓ 80 ਪੇਜ ਨੇ, ਉਹ ਕੀ ਨੇ, ਵਰਕ ਸ਼ੀਟਸ ਨੇ। ਤਾਂ ਕਲੀਅਰ ਹੈ ਜੀ, ਇਹਦਾ ਆਂਸਰ ਕੀ ਆਊਗਾ, ਸਟੈਟਿਸਟੀਕਲ ਕੰਮ ਕਰਨੇ ਆ, ਮੈਥਮੈਟੀਕਲ ਕੰਮ ਕਰਨੇ ਆ, ਤੁਹਾਡੇ ਕੀ ਆ, ਵਰਕਸ਼ੀਟ ਕੰਮ ਹੁੰਦੀ ਹੈ। ਹਾਂਜੀ, ਹੁਣ ਆਪਾਂ ਨੈਕਸਟ ਕੁਐਸਚਨ ਵੱਲ ਵਧਦੇ ਹਾਂ ਰਾਜੇ। ਤੁਹਾਨੂੰ ਮੈਂ ਵਰਕਸ਼ੀਟ ਵਾਲਾ ਦੱਸਤਾ। ਹੁਣ ਅਗਲਾ ਜਿਹੜਾ ਹੈਗਾ ਰਾਜੇ, ਸੀਲਿੰਗ ਫੰਕਸ਼ਨ ਪੁੱਛ ਰਿਹਾ ਆਪਾਂ ਨੂੰ, ਹਨਾ, ਕਿ ਇਹ ਸੀਲਿੰਗ ਫੰਕਸ਼ਨ ਦਾ ਆਂਸਰ ਕੀ ਹੋਊਗਾ। ਮੈਂ ਨਾ ਇਹ ਸਾਰਾ ਕੁਝ ਕਰਾਇਆ ਹੋਇਆ, ਸੀਲਿੰਗ ਹੋ ਗਿਆ, ਫਲੋਰ ਹੋ ਗਿਆ, ਮੋਡ ਹੋ ਗਿਆ, ਠੀਕ ਹੈ, ਸਾਰਾ ਕੁਝ ਕਰਾਇਆ ਹੋਇਆ। ਹੁਣ ਦੇਖੋ ਤੁਹਾਨੂੰ ਮੈਂ ਇੱਕ ਚੀਜ਼ ਦੱਸਦਾ, ਦੇਖੋ ਦੋ ਫੰਕਸ਼ਨ ਹੁੰਦੇ ਰਾਜੇ, ਇੱਕ ਹੁੰਦਾ ਸੀਲਿੰਗ। ਸੀਲਿੰਗ ਦਾ ਮਤਲਬ ਕੀ ਹੁੰਦਾ ਰਾਜੇ, ਛੱਤ। ਤੇ ਇੱਕ ਹੁੰਦਾ ਜੀ ਫਲੋਰ। ਫਲੋਰ ਦਾ ਮਤਲਬ ਕੀ ਹੁੰਦਾ ਰਾਜੇ, ਫਰਸ਼।
ठीक है। ਹੁਣ ਤੁਹਾਨੂੰ ਇੱਕ ਫਾਰਮੂਲਾ ਲਿਖ ਕੇ ਦਿਖਾਣਾ ਮੈਂ। ਫਾਰਮੂਲਾ ਕੀ ਲਿਖਦੇ ਆ ਆਪਾਂ? ਸੀਲਿੰਗ ਲਿਖਦੇ ਆ। ਮੰਨ ਲਓ ਇੱਥੇ ਮੈਂ ਸੀਲਿੰਗ ਲਿਖਤਾ, ਛੋਟੀ ਵੈਲਿਊ ਲਿਖਦਾ ਮੈਂ, ਇੱਕ 7 ਤੇ ਇੱਕ 2। ਇਹਦਾ ਮਤਲਬ ਹੁੰਦਾ ਰਾਜੇ ਕਿ 7 ਨੂੰ 2 ਨਾਲ ਡਿਵਾਈਡ ਕਰਨਾ ਹੈ। ਸੀਲਿੰਗ ਦਾ ਮਤਲਬ ਕੀ ਹੁੰਦਾ? ਡਾਊਨ। ਸੀਲਿੰਗ ਥੱਲੇ ਹੁੰਦੀ ਹੈ, ਛੱਤ ਕੀ ਹੁੰਦੀ ਹੈ? ਉੱਪਰ ਹੁੰਦੀ ਹੈ। ਛੱਤ ਕੀ ਹੁੰਦੀ ਹੈ? ਉੱਪਰ ਹੁੰਦੀ ਹੈ। ਤਾਂ ਕਹਿਣ ਦਾ ਮਤਲਬ ਸੀਲਿੰਗ ਕਹਿੰਦਾ ਵੀ 7 ਨੂੰ ਆਪਾਂ ਕਿੰਨਾ ਕੁ ਡਾਊਨ ਲੈ ਕੇ ਆਈਏ, ਕਿੰਨਾ ਕੁ ਘਟਾਈਏ ਕਿ 2 ਨਾਲ ਪ੍ਰੋਪਰਲੀ ਡਿਵਾਈਡ ਹੋ ਜੇ। ਹੁਣ 7 ਦੇ ਵਿੱਚ ਮੈਂ ਕਿੰਨਾ ਘਟਾਵਾਂ? ਮੈਂ 7 ਦੇ ਵਿੱਚ ਜੇ 1 ਮਾਈਨਸ ਕਰਦਾ ਤਾਂ 6 ਡਿਵਾਈਡ ਹੋ ਜਾਊਗਾ 2 ਦੇ ਨਾਲ, ਪ੍ਰੋਪਰਲੀ ਹੋ ਜਾਊਗਾ। ਤਾਂ ਆਂਸਰ ਕੀ ਆ ਜਾਊਗਾ ਜੀ ਰਾਜੇ? 6 ਆ ਜਾਊਗਾ। ਸਮਝ ਗਏ ਮੇਰੀ ਗੱਲ? ਠੀਕ ਹੈ। ਸੇਮ ਵੇ ਅਗਰ ਮੈਂ ਫਲੋਰ, ਇਸੇ ਦਾ ਫਲੋਰ ਕੱਢਣਾ ਹੋਵੇ ਤਾਂ ਫਲੋਰ ਫੰਕਸ਼ਨ ਕੱਢਣਾ ਮੈਂ 7 ਤੇ 2 ਦਾ। ਤੁਸੀਂ ਆਂਸਰ ਕਰ ਸਕਦੇ ਹੋ ਆਰਾਮ ਦੇ ਨਾਲ। ਹੁਣ 7 ਨੂੰ ਮੈਂ ਕਿੰਨਾ ਕੁ ਵਧਾਵਾਂ ਕਿ 2 ਨਾਲ ਡਿਵਾਈਡ ਹੋ ਜਾਵੇ? ਤਾਂ ਜੇ ਮੈਂ 8 ਕਰ ਦੂੰਗਾ ਤਾਂ ਡਿਵਾਈਡ ਹੋ ਜਾਊਗਾ। ਸਮਝ ਗਏ? ਜ਼ਰੂਰੀ ਨਹੀਂ ਆ। ਦੇਖੋ ਹੁਣ ਮੈਂ ਤੁਹਾਨੂੰ ਇੱਕ ਹੋਰ ਦੱਸਦਾ, ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਰਿਓ, ਕਮੈਂਟ ਬਾਕਸ ਦੇ ਵਿੱਚ ਦੱਸਿਓ ਮੈਨੂੰ ਆਂਸਰ। ਮੈਂ ਕਹਿੰਦਾ ਜੀ ਸੀਲਿੰਗ ਫੰਕਸ਼ਨ ਕੱਢਣਾ ਤੁਸੀਂ 17 ਦਾ ਤੇ 3 ਦਾ। ਠੀਕ ਹੈ। ਇਹਦਾ ਮੈਨੂੰ ਤੁਸੀਂ ਆਂਸਰ ਕਰਨਾ ਕਮੈਂਟ ਬਾਕਸ ਦੇ ਵਿੱਚ। ਸੇਮ ਇਹਦਾ ਹੀ ਫਲੋਰ ਫੰਕਸ਼ਨ ਕੱਢਣਾ, ਸੇਮ ਇਹਦਾ ਹੀ ਫਲੋਰ ਫੰਕਸ਼ਨ ਕੱਢਣਾ 70 ਤੇ 3 ਦਾ। ਤੁਸੀਂ ਦੋਵਾਂ ਦੇ ਆਂਸਰ ਮੈਨੂੰ ਕਰਨੇ ਆ। ਤਾਂ ਫਿਰ ਦੇਖਦੇ ਹਾਂ ਵੀ ਤੁਹਾਨੂੰ ਸਮਝ ਆਉਂਦਾ ਕਿ ਨਹੀਂ ਆਉਂਦਾਗਾ। ਤਾਂ ਹੁਣ ਜੇ ਵੇਖੋ ਮੈਂ ਹੁਣ ਇੱਥੇ ਮੇਰੇ ਕੋਲ ਵੈਲਿਊ ਕਿੰਨੀ ਆ? ਇੱਥੇ ਮੇਰੇ ਵੈਲਿਊ ਇੱਥੇ ਮੇਰੇ ਕੋਲ ਵੈਲਿਊ ਹੈਗੀ ਆ 19283 ਪੁਆਇੰਟ ਸਮਥਿੰਗ ਹੈ। ਤੇ ਇਹਨੂੰ 2 ਨਾਲ ਡਿਵਾਈਡ ਕਰਨਾ। ਤੁਸੀਂ ਪਿੱਛੇ ਦੇਖੋ, ਪਿਛਲੀ ਪੁਆਇੰਟ ਵਾਲੀ ਵੈਲਿਊ ਛੱਡ ਹੀ ਦਿਓ। ਆ 3 ਦੇਖੋ, 3 ਤਾਂ ਹੁੰਦਾ ਨਹੀਂ ਕਦੇ ਵੀ ਡਿਵਾਈਡ, ਜਾਂ ਤਾਂ ਇੱਥੇ 4 ਹੋਵੇ ਜਾਂ 2 ਹੋਵੇ। ਤਾਂ ਘਟਾ ਆਪਾਂ ਕੀ ਕਰਨੇ ਆ ਜੀ? ਸੀਲਿੰਗ। ਠੀਕ ਹੈ। ਸੀਲਿੰਗ ਕਹਿੰਦਾ ਵਧਾਓ। ਤਾਂ ਜੇ ਆਪਣਾ ਠੀਕ ਹੈ ਜੀ ਫਲੋਰ ਹੁੰਦਾ ਫਿਰ ਆਪਾਂ ਘਟਾਉਣਾ ਸੀਗਾ। ਹੁਣ 3 ਤੋਂ ਅੱਗੇ ਕੀ ਆਊਗਾ? 4 ਆਊਗਾ। ਤਾਂ ਪਿੱਛੇ 4 ਆ ਜਾਊਗਾ। ਤਾਂ ਬਾਕੀ ਸਾਰਾ ਚੀਜ਼ ਤਾਂ ਉਵੇਂ ਹੀ ਰਹੂਗੀ। ਪਿੱਛੇ ਕੀ 3 ਦੀ ਜਗ੍ਹਾ ਤੇ ਆਪਾਂ ਕੀ ਕਰ ਦਾਂਗੇ? 4 ਕਰ ਦਾਂਗੇ। ਤਾਂ ਆਪਣਾ ਆਂਸਰ ਕੀ ਆ ਜਾਊਗਾ? 19284। ਚਲੋ ਕੋਈ ਗੱਲ ਨਹੀਂ, ਪ੍ਰੈਕਟੀਕਲ ਵੀ ਆਪਾਂ ਤੁਹਾਨੂੰ ਕਰਕੇ ਦਿਖਾ ਦਿੰਦੇ ਆ। ਵੈਸੇ ਮੈਂ ਕਰਕੇ ਬਹੁਤ ਵਾਰੀ ਦਿਖਾਇਆ, ਬਟ ਕਈ ਵਾਰੀ ਬੱਚੇ ਨਾ ਕਈ ਵਾਰੀ ਨਹੀਂ ਕਰਦੇ, ਇਸ ਕਰਕੇ ਮੈਂ ਤੁਹਾਨੂੰ ਕਰਕੇ ਦਿਖਾ ਦਿੰਦਾ। ਫਾਰਮੂਲਾਜ਼ ਦੇ ਵਿੱਚ ਜਾ ਕੇ ਇੱਕ ਇੱਥੇ ਬਣਿਆ ਪਿਆ ਹੋਊਗਾ ਆਪਣੇ ਕੋਲ ਸ਼ਾਇਦ ਸ਼ੀਟ, ਤਾਂ ਆਪਾਂ ਤੁਹਾਨੂੰ ਫਾਰਮੂਲਾ ਕਰਕੇ ਦਿਖਾ ਦਿੰਦੇ ਆ ਰਾਜੇ। ਇੱਥੇ ਮੈਂ ਬਣਾਇਆ ਵੀ ਸੀਗਾ, ਦੇਖੋ ਆ ਦੇਖੋ ਫਾਰਮੂਲਾ ਮੈਂ ਲਿਖ ਲਿਆ ਰਾਜੇ। ਫਾਰਮੂਲਾ ਕੀ ਲਿਖਿਆ? ਮੈਂ ਟਾਈਪ ਕਰ ਲਿਆ ਜੀ ਸੀਲਿੰਗ, ਉਹੀ ਵੈਲਿਊ ਲਿਖ ਲਈ ਮੈਂ 19283.123 ਤੇ 2 ਨਾਲ ਡਿਵਾਈਡ ਕਰਨਾ। ਜੋ ਵੈਲਿਊ ਇੱਥੇ ਸੀਗੀ ਮੇਰੇ ਕੋਲੇ ਉਹੀ ਵੈਲਿਊ ਮੈਂ ਇੱਥੇ ਲਿਖ ਲਈ ਹੈ। ਤਾਂ ਦੇਖੋ ਪ੍ਰੈਕਟੀਕਲੀ ਤੁਹਾਡੇ ਸਾਹਮਣੇ ਮੈਂ ਜਦੋਂ ਐਂਟਰ ਕਰੂੰਗਾ ਤਾਂ ਵੈਲਿਊ ਕਿੰਨੀ ਆ ਗਈ? 284। ਠੀਕ ਹੈ। ਪਿੱਛੇ 4 ਆ ਗਿਆ। ਤਾਂ ਇਹਦਾ ਹੀ ਮੈਂ ਦੇਖੋ ਫਲੋਰ ਫੰਕਸ਼ਨ ਕੱਢਣਾ, ਤੁਹਾਨੂੰ ਮੈਂ ਕੱਢ ਕੇ ਦਿਖਾ ਦਿੰਦਾ। ਮੰਨ ਲਓ ਇਹਦਾ ਹੀ ਮੈਂ ਕੀ ਕਰਨਾ? ਫਲੋਰ ਫੰਕਸ਼ਨ ਕੱਢਣਾ। ਤਾਂ ਮੈਂ ਹੁਣ ਕੀ ਕਰ ਦਿੰਦਾ? ਇੱਥੇ ਲਿਖ ਦਿੰਦਾ ਫਲੋਰ। ਠੀਕ ਹੈ ਜੀ। ਜਦੋਂ ਮੈਂ ਫਲੋਰ ਲਿਖਤਾ ਇੱਥੇ, ਠੀਕ ਹੈ ਜੀ, ਇਹ ਲਿਖਤਾ ਜੀ ਮੈਂ ਫਲੋਰ ਫੰਕਸ਼ਨ। ਤਾਂ ਫਲੋਰ ਹੁਣ ਤੁਸੀਂ ਦੱਸੋ ਇਹ ਵੈਲਿਊ ਕੀ ਆਊਗੀ? ਆਪਾਂ ਘਟਾਉਣਾ ਹੈ ਤਾਂ 19282 ਆ ਜਾਊਗੀ। ਤਾਂ 19282 ਆ ਗਈ, ਕਿਉਂਕਿ ਫਲੋਰ ਦੇ ਵਿੱਚ ਕੀ ਕਰਨਾ ਹੁੰਦਾ? ਆਪਾਂ ਘਟਾਉਣਾ ਹੁੰਦਾ, ਸੀਲਿੰਗ ਦੇ ਵਿੱਚ ਵਧਾਉਣਾ ਹੁੰਦਾ। ਬਸ ਯਾਦ ਰੱਖ ਲਿਓ, ਸੀਲਿੰਗ ਛੱਤ, ਫਲੋਰ ਕੀ ਆ? ਫਰਸ਼ ਹੈ। ਤਾਂ ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਊਗਾ ਰਾਜੇ ਪਲੀਜ਼। ਤਾਂ ਚਲੋ ਜੀ ਆਪਾਂ ਅੱਗੇ ਚੱਲਦੇ ਹਾਂ ਜੀ। ਅੱਗੇ ਗੱਲ ਕਰਦੇ ਹਾਂ ਜੀ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਟਰਮ ਇਜ਼ ਯੂਜ਼ਡ ਫॉर ਦਾ ਫਿਜ਼ੀਕਲ ਔਰ ਲੌਜੀਕਲ ਅਰੇਂਜਮੈਂਟ ਆਫ ਨੈਟਵਰਕ। ਮੈਂ ਤੁਹਾਨੂੰ ਬਹੁਤ ਵਾਰੀ ਕਰਾਇਆ ਰਾਜੇ, ਦੋ ਕੰਪਿਊਟਰ ਆਪਸ ਵਿੱਚ ਜੁੜ ਕੇ ਕੀ ਕਰਦੇ ਆ? ਨੈਟਵਰਕ ਬਣਾਉਂਦੇ ਆ। ਹੁਣ ਮੰਨ ਲਓ ਦੋ ਬੰਦੇ ਆ, ਇਕੱਲਾ ਬੰਦਾ ਗੱਲਾਂ ਨਹੀਂ ਮਾਰ ਸਕਦਾ। ਜੇ ਇਕੱਲਾ ਬੰਦਾ ਗੱਲਾਂ ਮਾਰੂਗਾ ਉਹਨੂੰ ਕਹਿਣਗੇ ਪਾਗਲ ਹੋ ਗਿਆ। ਠੀਕ ਹੈ। ਮੇਰੇ ਵਰਗਾ ਜਿਵੇਂ ਇਕੱਲਾ ਬੈਠਾ ਬੋਲੀ ਜਾਂਦਾ, ਗਵਾਂਢੀ ਕਹਿੰਦੇ ਪਤਾ ਨਹੀਂ ਕੀ ਕਰਦਾ। ਮੈਂ ਹੁਣ ਦੱਸ ਕੇ ਆਇਆ ਭਾਈ ਮੈਂ ਤਾਂ ਰਿਕਾਰਡਿੰਗਾਂ ਕਰਦਾ ਹੋਣਾ, ਕਿਤੇ ਮੈਨੂੰ ਪਾਗਲ ਨਾ ਸਮਝ ਲਿਓ। ਠੀਕ ਹੈ। ਤਾਂ ਦੋ ਬੰਦੇ ਮਿਲ ਕੇ ਕਮਿਊਨੀਕੇਸ਼ਨ ਕਰ ਸਕਦੇ ਆ। ਮੰਨ ਲਓ ਦੋ ਬੰਦੇ ਬੈਠੇ ਆਪਸ ਵਿੱਚ ਗੱਲਾਂ ਕਰ ਸਕਦੇ ਆ। ਉਵੇਂ ਰਾਜੇ ਦੋ ਜਾਂ ਦੋ ਤੋਂ ਵੱਧ ਜਿਹੜੇ ਕੰਪਿਊਟਰ ਹੋਣਗੇ ਆਪਸ ਵਿੱਚ ਜੁੜ ਕੇ ਕੀ ਕਰ ਦੇਣਗੇ? ਕਮਿਊਨੀਕੇਸ਼ਨ ਕਰਨਗੇ। ਉਹ ਕਮਿਊਨੀਕੇਸ਼ਨ ਕਿਵੇਂ ਕਰਨਗੇ? ਜਦੋਂ ਕਮਿਊਨੀਕੇਸ਼ਨ ਕਰਨਗੇ ਤਾਂ ਕੀ ਬਣਾ ਦੇਣਗੇ? ਇੱਕ ਨੈਟਵਰਕ ਬਣਾ ਦੇਣਗੇ। ਤਾਂ ਕਹਿਣ ਦਾ ਮਤਲਬ ਫਿਜ਼ੀਕਲ ਅਰੇਂਜਮੈਂਟ ਵੀ ਉਹ ਕਿਵੇਂ ਕਨੈਕਟਡ ਨੇ ਆਪਸ ਵਿੱਚ। ਠੀਕ ਹੈ ਜੀ। ਉਹਨਾਂ ਨੂੰ ਕਹਿ ਦਿੰਦੇ ਆ ਟੋਪੋਲੋਜੀ। ਤਾਂ ਲੌਜੀਕਲ ਜਾਂ ਫਿਜ਼ੀਕਲ ਅਰੇਂਜਮੈਂਟ ਕਿਸੇ ਵੀ ਕੰਪਿਊਟਰ ਨੈਟਵਰਕ ਦਾ ਹੁੰਦਾ ਰਾਜੇ, ਨੂੰ ਟੋਪੋਲੋਜੀ ਕਹਿੰਦੇ ਆ। ਤਾਂ ਰਾਈਟ ਆਂਸਰ ਕੀ ਆ? ਟੋਪੋਲੋਜੀ। ਤਾਂ ਤੁਹਾਨੂੰ ਮੈਂ ਟੋਪੋਲੋਜੀ ਦੀਆਂ ਟਾਈਪਸ ਵੀ ਬਹੁਤ ਕਰਾਈਆਂ ਹੋਈਆਂ ਰਾਜੇ, ਕਿਹੜੀਆਂ ਕਿਹੜੀਆਂ ਕਰਾਈਆਂ ਹੋਈਆਂ, ਇਹ ਸਾਰੀਆਂ ਵੀ ਬਹੁਤ ਇੰਪੋਰਟੈਂਟ ਨੇ, ਤੁਹਾਨੂੰ ਐਗਜ਼ਾਮ 'ਚ ਪੁੱਛੀਆਂ ਜਾਂਦੀਆਂ। ਸਭ ਤੋਂ ਵੱਧ ਪੁੱਛੀ ਜਾਂਦੀ ਹੁੰਦੀ ਹੈ ਸਟਾਰ ਵਾਲੀ। ਤਾਂ ਸਟਾਰ ਟੋਪੋਲੋਜੀ ਦੇ ਵਿੱਚ ਕੀ ਹੁੰਦਾ? ਇੱਕ ਸੈਂਟਰਲ ਕੰਪਿਊਟਰ ਹੁੰਦਾ, ਬਾਕੀ ਸਾਰੇ ਉਹਦੇ ਨਾਲ ਅਟੈਚ ਹੁੰਦੇ ਆ। ਠੀਕ ਹੈ। ਜਿਵੇਂ ਮੰਨ ਲਓ ਇੱਕ ਹੱਬ ਹੁੰਦੀ ਹੈ, ਹੱਬ ਦੇ ਨਾਲ ਕੀ ਹੁੰਦੇ? ਬਾਕੀ ਸਾਰੇ ਕੰਪਿਊਟਰ ਕੀ ਹੁੰਦੇ? ਅਟੈਚ ਹੁੰਦੇ ਆ। ਤਾਂ ਕਹਿਣ ਦਾ ਮਤਲਬ ਇਹਦੇ ਅਰੇਂਜਮੈਂਟ ਕਿਵੇਂ ਆ? ਸਟਾਰ ਵਰਗਾ ਹੈ। ਇੱਕ ਰਿੰਗ ਟੋਪੋਲੋਜੀ ਹੁੰਦੀ, ਉਹਦਾ ਰਿੰਗ ਵਾਂਗੂ ਹੁੰਦਾ। ਬੱਸ ਦੇ ਵਿੱਚ ਇਕੱਠੇ ਹੁੰਦੇ ਆ। ਠੀਕ ਹੈ। ਹਾਈਬ੍ਰਿਡ ਦੇ ਵਿੱਚ ਦੋ ਟੋਪੋਲੋਜੀ ਨੂੰ ਜੋੜਿਆ ਜਾਂਦਾ ਹੈ। ਟਰੀ ਦੇ ਵਿੱਚ ਸਿੰਗਲ ਟੋਪੋਲੋਜੀ ਹੁੰਦੀ ਹੈ। ਠੀਕ ਹੈ ਜੀ। ਤਾਂ ਮੈਸ਼ ਟੋਪੋਲੋਜੀ ਦੇ ਵਿੱਚ ਹਰੇਕ ਕੰਪਿਊਟਰ ਹਰੇਕ ਨਾਲ ਜੁੜਿਆ ਹੁੰਦਾ ਹੈ। ਤਾਂ ਕਹਿਣ ਦਾ ਮਤਲਬ ਫਿਜ਼ੀਕਲ ਅਰੇਂਜਮੈਂਟ ਜਿਹੜਾ ਕੰਪਿਊਟਰ ਨੈਟਵਰਕ ਦਾ ਆਪਾਂ ਕਰਦੇ ਹਾਂ ਉਹਨੂੰ ਟੋਪੋਲੋਜੀ ਕਹਿੰਦੇ ਆ। ਅੱਗੇ ਆ ਗਿਆ ਜੀ। ਕਹਿੰਦਾ ਸਪੀਡ ਆਫ ਦਾ ਕੰਪਿਊਟਰ ਇਜ਼ ਮੈਜ਼ਰਡ ਇਨ। ਬੜਾ ਪੰਗਾ ਪਾਇਆ ਇਸ ਕੁਐਸਚਨ ਨੇ, ਬੱਚੇ ਮੈਗਾ ਹਰਟਜ਼ ਤੇ ਗੀਗਾ ਹਰਟਜ਼ ਦੇ ਚੱਕਰਾਂ 'ਚ ਪੈ ਗਏ ਸੀਗੇ ਰਾਜੇ। ਮੈਂ ਤੁਹਾਨੂੰ ਦੱਸਦਾ, ਇਹਦੇ ਵਿੱਚ ਇੱਕ ਕਹਾਣੀ ਆ, ਤੁਹਾਨੂੰ ਮੈਂ ਪਹਿਲਾਂ ਕਹਾਣੀ ਸੁਣ ਲਓ। ਕਹਾਣੀ ਨਹੀਂ ਕਹਿ ਸਕਦੇ, ਹਿਸਟਰੀ ਸੁਣ ਲਓ ਜੇ ਤੁਸੀਂ ਧਿਆਨ ਦੇ ਨਾਲ ਜਨਰੇਸ਼ਨ ਵਾਲਾ ਟੌਪਿਕ ਪੜ੍ਹਿਆ ਹੋਵੇ। ਹੁਣ ਜਨਰੇਸ਼ਨ ਵਾਲਾ ਟੌਪਿਕ ਬੇਟੇ ਮੈਂ ਇਹ ਨਹੀਂ ਕਹਿੰਦਾ, ਮੈਂ ਕੋਈ ਆਪਣੀ ਵਡਿਆਈ ਨਹੀਂ ਕਰ ਰਿਹਾ। ਬਹੁਤ ਸਾਰੀਆਂ ਜਿਹੜੀਆਂ ਬਹੁਤ ਤਕੜੀਆਂ ਬੁੱਕਸ ਨੇ ਨਾ, ਉਹਨਾਂ ਤੇ ਵੀ ਜਨਰੇਸ਼ਨ ਵਾਲਾ ਟੌਪਿਕ ਸਾਰਾ ਗਲਤ ਦਿੱਤਾ ਹੋਇਆ। ਮੈਂ ਵੀ 2 ਵਾਰੀ ਪੜ੍ਹਾਇਆ, ਮੈਂ ਵੀ ਆਪਣੇ ਚੈਨਲ ਤੇ 2-3 ਵਾਰੀ ਪੜ੍ਹਾਇਆ, ਕਿਉਂਕਿ ਮੇਰੇ ਤੋਂ ਵੀ ਇੱਕ ਅੱਧੀ ਵਾਰੀ ਮਤਲਬ ਕਿ ਕੋਈ ਨਾ ਕੋਈ ਮਿਸਟੇਕ ਰਹਿ ਜਾਂਦੀ ਸੀ, ਜਾਂ ਕੋਈ ਮਤਲਬ ਲੂਪ ਹੋਲ ਰਹਿ ਜਾਂਦਾ ਸੀਗਾ। ਪਰ ਜਿਨ੍ਹਾਂ ਨੇ ਸਬ ਇੰਸਪੈਕਟਰ ਦੇ ਮੇਰੇ ਤੋਂ ਪੜ੍ਹ ਕੇ ਗਏ ਸੀ ਜਨਰੇਸ਼ਨ ਵਾਲਾ, ਉਹਨਾਂ ਦੇ ਸਾਰੇ ਕੁਐਸਚਨ ਸਹੀ ਸੀਗੇ। ਜਿਹੜੇ ਇੱਕ ਬਹੁਤ ਵਧੀਆ ਬੁੱਕ ਚੱਲਦੀ ਹੈ, ਜਿਹੜੀ ਤੁਸੀਂ ਬਹੁਤ ਪੜ੍ਹਦੇ ਆ। ਹੁਣ ਮੈਂ ਇੱਥੇ ਨਾਂ ਨਹੀਂ ਲੈ ਸਕਦਾ, ਮੈਂ ਸਿਰਫ ਫਸਟ ਅੱਖਰ ਲਿਖ ਦਿੰਦਾ, ਏ ਵਾਲੀ ਬੁੱਕ। ਠੀਕ ਹੈ। ਜਿਹੜੀ ਏ ਵਾਲੀ ਬੁੱਕ ਪੜ੍ਹ ਕੇ ਗਏ ਸੀਗੇ ਆਪਦੀ, ਜਾਨੀ ਉਹ ਬਹੁਤ ਟੌਪ ਦੀ ਬੁੱਕ ਮੰਨੀ ਜਾਂਦੀ ਹੈ ਕੰਪਿਊਟਰ ਦੀ, ਬਟ ਉਹਦੇ ਵਿੱਚ ਸਾਰੀ ਜਨਰੇਸ਼ਨ ਵਾਲਾ ਟੌਪਿਕ ਗਲਤ ਦਿੱਤਾ ਗਿਆ। ਵੈਸੇ ਮੈਂ ਇਹ ਨਹੀਂ ਕਹਿੰਦਾ ਵੀ ਬੁੱਕ ਮਾੜੀ ਹੈ, ਬੁੱਕ ਬਹੁਤ ਵਧੀਆ ਬੁੱਕ ਆ, ਲੇਕਿਨ ਅਪਡੇਟ ਨਹੀਂ ਹੋਏਗੀ। ਤਾਂ ਜਨਰੇਸ਼ਨ ਵਾਲਾ ਟੌਪਿਕ ਜ਼ਰੂਰ ਪੜ੍ਹਨਾ। ਜੇ ਤੁਸੀਂ ਜਨਰੇਸ਼ਨ ਵਾਲਾ ਟੌਪਿਕ ਪੜ੍ਹਿਆ ਹੋਊਗਾ, ਤੁਸੀਂ ਕਦੇ ਵੀ ਸਪੀਡ ਦੇ ਵਿੱਚ ਮਾਰ ਨਹੀਂ ਖਾਓਗੇ। ਤਾਂ ਬਾਕੀ ਪਰਮਾਤਮਾ
ਆਪਣੀ ਹੈਲਪ ਕਰੇ, ਪ੍ਰਮਾਤਮਾ ਮਿਹਰ ਕਰੇ। ਮੈਂ ਵੀ ਬੁੱਕ ਲਿਖ ਰਿਹਾ, ਬੁੱਕ ਬਹੁਤ ਜਲਦੀ ਤਿਆਰ ਕਰੂੰਗਾ, ਬਹੁਤ ਵਧੀਆ ਬੁੱਕ ਤਿਆਰ ਕਰੂੰਗਾ, ਇੰਗਲਿਸ਼ ਪੰਜਾਬੀ ਮੀਡੀਅਮ ਦੇ ਵਿੱਚ ਕਰੂੰਗਾ, ਔਰ ਪੁਆਇੰਟ ਟੂ ਪੁਆਇੰਟ ਤਿਆਰ ਕਰੂੰਗਾ ਵੀ ਤੁਹਾਨੂੰ ਸਮਾਰਟ ਵੇ ਨਾਲ ਪੜ੍ਹਨ ਦੀ ਜ਼ਰੂਰਤ ਹੈ, ਨਾ ਕਿ ਹਾਰਡ ਵਰਕ ਨਾਲ। ਕਿਉਂਕਿ ਹਾਰਡ ਵਰਕ ਦੇ ਵਿੱਚ ਕੀ ਆਪਾਂ ਥਿਊਰੀ ਪੜ੍ਹੀ ਜਾਂਦੇ ਨਹੀਂ, ਆਪਾਂ ਪੁਆਇੰਟਾਂ ਦੇ ਵਿੱਚ ਥਿਊਰੀ ਪੜਾਂਗੇ। ਮੈਂ ਤੁਹਾਨੂੰ ਇਦਾਂ ਦੀ ਬੁੱਕ ਤਿਆਰ ਕਰ ਰਿਹਾ ਕਿ ਪਹਿਲਾਂ ਜਿਵੇਂ ਥਿਊਰੀ ਦਾ ਟੌਪਿਕ ਹੋ ਗਿਆ, ਨਾਲ ਦੀ ਨਾਲ ਉਹਦੇ MCQ, ਫਿਰ ਥਿਊਰੀ, ਫਿਰ MCQ, ਔਰ ਪੁਆਇੰਟ ਟੂ ਪੁਆਇੰਟ ਹੋਊਗਾ, ਇੱਕ ਲਾਈਨ ਇੰਗਲਿਸ਼ ਦੇ ਵਿੱਚ, ਇੱਕ ਪੰਜਾਬੀ ਦੇ ਵਿੱਚ, ਨਾਲ ਦੀ ਨਾਲ ਪੰਜਾਬੀ ਦੇ ਵਿੱਚ ਬੁੱਕ ਇਕੱਠੀ ਹੋਊਗੀ ਤੇ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਲੈ ਕੇ ਆਵਾਂਗੇ। ਬਸ ਲੇਟ ਤਾਂ ਹੀ ਹੋ ਰਹੀ ਹੈ ਕਿ ਆਪਾਂ ਥੋੜਾ ਜਿਹਾ ਚੰਗੀ ਬੁੱਕ ਬਣਾਉਣੀ ਹੈ, ਟੌਪ ਲੈਵਲ ਦੀ ਬੁੱਕ ਬਣਾਉਣੀ, ਜਿਵੇਂ ਸਾਡਾ ਪੰਜਾਬ ਬੁੱਕ ਸੀ ਨਾ। ਸਾਡਾ ਪੰਜਾਬ ਬੁੱਕ ਵੀ ਬਹੁਤ ਵਧੀਆ ਸੀ, ਲੇਕਿਨ ਉਹ ਵੀ ਹੁਣ ਅਪਡੇਟ ਕਰਨ ਦੀ ਜ਼ਰੂਰਤ ਹੈ ਉਸ ਬੁੱਕ ਨੂੰ ਵੀ। ਤਾਂ ਹੁਣ ਗੱਲ ਕਰਦੇ ਹਾਂ ਜੀ ਕੰਪਿਊਟਰ ਜਨਰੇਸ਼ਨ ਦੀ। ਆਪਾਂ ਫਸਟ ਜਨਰੇਸ਼ਨ ਦੀ ਗੱਲ ਕਰੀਏ ਰਾਜੇ, ਵਿੱਚ ਵੈਕਿਊਮ ਟਿਊਬ ਯੂਜ਼ ਹੋਇਆ ਸੀ। ਚਲੋ ਇਹ ਤਾਂ ਆਪਣਾ ਟੌਪਿਕ ਨਹੀਂ ਹੈਗਾ, ਆਪਾਂ ਗੱਲ ਕਰਾਂਗੇ ਸਪੀਡ ਦੀ। ਹੁਣ ਜਿਹੜਾ ਪਹਿਲੇ ਕੰਪਿਊਟਰ ਸੀ ਰਾਜੇ, ਉਹ ਆਪਣੇ ਕੀ ਕਰਦੇ ਸੀਗੇ, ਜਿਹੜੇ ਸਭ ਤੋਂ ਪਹਿਲੇ ਜਿਹੜੇ ਕੰਪਿਊਟਰ ਸੀਗੇ, ਉਹ ਮਿਲੀ ਸੈਕਿੰਡ ਦੇ ਵਿੱਚ ਕੰਮ ਕਰਦੇ ਸੀਗੇ। ਕਿਹਦੇ ਵਿੱਚ ਕੰਮ ਕਰਦੇ ਸੀਗੇ? ਮਿਲੀ ਸੈਕਿੰਡ ਦੇ ਵਿੱਚ। ਮਿਲੀ ਸੈਕਿੰਡ ਹੁੰਦਾ 10 ਦੀ ਪਾਵਰ -3। ਕਲੀਅਰ ਹੈ? ਜਿਹੜੇ ਸੈਕਿੰਡ ਜਨਰੇਸ਼ਨ ਆ ਗਏ ਰਾਜੇ, ਉਹ ਮਾਈਕਰੋ ਸੈਕਿੰਡ ਦੇ ਵਿੱਚ ਕੰਮ ਕਰਨ ਲੱਗ ਗਏ। ਮਾਈਕਰੋ ਸੈਕਿੰਡ ਹੁੰਦਾ 10 ਦੀ ਪਾਵਰ -6। ਠੀਕ ਹੈ ਜੀ। ਫਿਰ ਆ ਗਏ ਜੀ ਨੈਨੋ ਸੈਕਿੰਡ। ਨੈਨੋ ਸੈਕਿੰਡ ਹੁੰਦਾ 10 ਦੀ ਪਾਵਰ -12। ਬਟ ਜਦੋਂ ਮਾਈਕਰੋ ਪ੍ਰੋਸੈਸਰ ਆ ਗਿਆ ਰਾਜੇ, ਜਿਹੜਾ ਮਾਈਕਰੋ ਪ੍ਰੋਸੈਸਰ ਹੁੰਦਾ, ਜਿਹਨੂੰ ਆਪਾਂ ਪ੍ਰੋਸੈਸਰ ਬੋਲਦੇ ਹਾਂ, ਹਮੇਸ਼ਾ 0 ਤੇ 1 ਤੇ ਕੰਮ ਕਰਦਾ, ਕਿਉਂਕਿ 0 1 ਕੀ ਹੁੰਦਾ? ਉਹਦਾ ਕਲੌਕ ਸਪੀਡ ਹੁੰਦੀ ਹੈ। ਕੀ ਹੁੰਦੀ ਹੈ ਉਹਦੀ? ਕਲੌਕ ਸਪੀਡ। ਮਤਲਬ ਕਿ 0 ਦਾ ਮਤਲਬ ਕੀ ਹੈ? ਫ੍ਰੀ ਹੈ। 1 ਦਾ ਮਤਲਬ ਕਿ ਬਿਜ਼ੀ ਹਜੇ ਕੰਮ ਕਰ ਰਿਹਾ, ਆਪਾਂ ਨੂੰ ਵੇਟ ਕਰਨੀ ਪੈਂਦੀ ਹੈ। ਤਾਂ ਮਾਈਕਰੋ ਪ੍ਰੋਸੈਸਰ ਹਮੇਸ਼ਾ 0 1 ਚ ਕੰਮ ਕਰਦਾ, ਤਾਂ ਇਹਨੂੰ ਕਹਿ ਦਿੰਦੇ ਆ ਜੀ ਫ੍ਰੀਕੁਐਂਸੀ। ਫ੍ਰੀਕੁਐਂਸੀ ਹਮੇਸ਼ਾ ਮੈਜ਼ਰ ਹੁੰਦੀ ਹੈ ਹਰਟਜ਼ ਦੇ ਵਿੱਚ। ਕਿਹਦੇ ਵਿੱਚ ਹੁੰਦੀ ਆ? ਹਰਟਜ਼ ਦੇ ਵਿੱਚ। ਹੁਣ ਜਦੋਂ ਪੁਰਾਣਾ ਟਾਈਮ ਸੀਗਾ ਤਾਂ ਕਿਲੋ ਹਰਟਜ਼ ਦੇ ਵਿੱਚ ਕੰਮ ਹੁੰਦਾ ਸੀਗਾ। ਉਸ ਤੋਂ ਬਾਅਦ ਐਡਵਾਂਸ ਹੋ ਗਿਆ ਤਾਂ ਮੈਗਾ ਹਰਟਜ਼ 'ਚ ਹੋਣ ਲੱਗ ਗਿਆ। ਬਟ ਜੇ ਅੱਜ ਕੱਲ੍ਹ ਦੇਖੀਏ ਤਾਂ ਅੱਜ ਕੱਲ੍ਹ ਜਿੰਨੇ ਵੀ ਪ੍ਰੋਸੈਸਰ ਆ ਰਹੇ ਆ, ਤੁਸੀਂ ਮਾਰਕੀਟ ਦੇ ਵਿੱਚ ਚਲੇ ਜਾਓ, ਕੰਪਿਊਟਰ ਲੈਣ ਚਲੇ ਜਾਓ, ਲੈਪਟਾਪ ਲੈਣ ਚਲੇ ਜਾਓ, ਤੁਸੀਂ ਪੁੱਛੋ ਜੀ ਆਪਣੀ ਮਾਈਕਰੋ ਪ੍ਰੋਸੈਸਰ ਦੀ ਸਪੀਡ ਕਿੰਨੀ ਹੈ, ਤਾਂ ਗੀਗਾ ਹਰਟਜ਼ ਦੇ ਵਿੱਚ ਮਿਲੂਗੀ ਤੁਹਾਨੂੰ। ਤਾਂ ਅੱਜ ਕੱਲ੍ਹ ਜਿਹੜੇ ਮਾਡਰਨ ਕੰਪਿਊਟਰ ਆ ਰਾਜੇ, ਉਹਨਾਂ ਦੀ ਗੀਗਾ ਹਰਟਜ਼ ਦੇ ਵਿੱਚ ਹੁੰਦੀ ਹੈ। ਇਸ ਕਰਕੇ ਉਹਨਾਂ ਨੇ ਆਬਜੈਕਸ਼ਨ ਨੂੰ ਕੀ ਕੀਤਾ? ਕੰਸੀਡਰ ਨਹੀਂ ਕੀਤਾ, ਕਿਉਂਕਿ ਉਹਨਾਂ ਨੇ ਗੱਲ ਕੀਤੀ ਹੈ ਸਪੀਡ ਆਫ ਕੰਪਿਊਟਰ ਇਜ਼ ਮੈਜ਼ਰਡ। ਤਾਂ ਸਪੀਡ ਮਤਲਬ ਕਿ ਜਿਹੜੇ ਅੱਜ ਕੱਲ੍ਹ ਚੱਲ ਰਹੇ ਆ, ਤਾਂ ਅੱਜ ਜਿਵੇਂ ਹੁਣ ਇੱਥੇ ਤਾਂ ਨੈਨੋ ਸੈਕਿੰਡ ਵੀ ਸਪੀਡ ਹੈਗੀ ਕੰਪਿਊਟਰ ਦੀ, ਕਿਲੋ ਹਰਟਜ਼ ਵੀ ਹੈਗੀ ਹੈ, ਲੇਕਿਨ ਜਿਹੜੇ ਅੱਜ ਕੱਲ੍ਹ ਚੱਲ ਰਹੇ ਰਾਜੇ, ਉਹ ਗੀਗਾ ਹਰਟਜ਼ ਦੇ ਵਿੱਚ ਹੀ ਚੱਲਦੇ ਆ। ਤੇ ਇਹਨੂੰ ਸ਼ਾਰਟ ਫਾਰਮ ਦੇ ਵਿੱਚ ਕਹਿ ਦਿੰਦੇ GHZ। ਠੀਕ ਹੈ? ਹਰਟਜ਼ ਦੇ ਵਿੱਚ ਹੁੰਦੀ ਹੈ। ਤਾਂ ਇਹ ਹੋ ਗਿਆ ਜੀ ਆਪਣਾ। ਦੇਖੋ ਮੈਂ ਕਰਾਇਆ ਵੀ ਹੋਇਆ ਸੀ ਇਹ, ਮੇਰੀ ਮੈਰਾਥਨ ਕਲਾਸ ਦਾ। ਦੇਖੋ 245 ਨੰਬਰ ਕੀ ਆ ਕੁਐਸਚਨ ਪਿਆ, ਕਹਿੰਦਾ ਜਿਹਦਾ ਕਲੌਕ ਰੇਟ ਆਫ ਏ ਪ੍ਰੋਸੈਸਰ ਇਜ਼ ਮੈਜ਼ਰਡ। ਤਾਂ ਮੈਂ ਉੱਥੇ ਦੱਸਿਆ ਵੀ ਸੀਗਾ ਵੀ ਮੈਗਾ ਹਰਟਜ਼ ਵੀ ਹੋ ਸਕਦੀ ਹੈ, ਗੀਗਾ ਹਰਟਜ਼ ਵੀ। ਤਾਂ ਜਿਨ੍ਹਾਂ ਨੇ ਦੇਖੋ ਭਾਈ ਚੰਗੀ ਤਰ੍ਹਾਂ ਆਪਣੇ ਕੋਲ ਕਲਾਸਿਸ ਲਗਾਈਆਂ ਨੇ ਫ੍ਰੀ ਆਫ ਕਾਸਟ, ਮੈਂ ਤਾਂ ਆਪ ਕਹਿੰਦਾ ਵੀ ਫ੍ਰੀ ਆਫ ਕਾਸਟ ਵੀ ਮੈਂ ਸਭ ਕੁਝ ਕਰਾਇਆ ਹੋਇਆ ਹੈ। ਠੀਕ ਹੈ? ਬਾਕੀ ਆ ਥੱਲੇ ਡਿਸਪਲੇ ਚੱਲ ਰਹੀ ਹੈ ਰਾਜੇ, ਕੰਪਿਊਟਰ ਮਾਸਟਰ ਬੈਚ ਚੱਲ ਰਿਹਾ। ਮੈਂ ਤੁਹਾਨੂੰ ਵਾਰ-ਵਾਰ ਤਾਂ ਕਹਿ ਰਿਹਾ, ਜਿਨ੍ਹਾਂ ਨੇ ਲੈਣਾ ਉਹ ਲੈ ਸਕਦੇ ਆ। ਉਹਦੇ ਵਿੱਚ ਡੇਲੀ ਕਲਾਸ ਆ ਰਹੀ ਹੈ, ਜਿਹੜੀ ਬਿਲਕੁਲ 0 ਲੈਵਲ ਤੋਂ ਸਟਾਰਟ ਕਰਨਾ ਚਾਹੁੰਦੇ ਆ। ਠੀਕ ਹੈ? ਤਾਂ ਬਾਕੀ ਫ੍ਰੀ ਦੇ ਵਿੱਚ ਵੀ ਤਿਆਰੀ ਕਰ ਸਕਦੇ ਆ ਆਪਾਂ, ਪੇਡ ਦੇ ਵਿੱਚ ਵੀ ਕਰ ਸਕਦੇ ਆ, ਚੁਆਇਸ ਤੁਹਾਡੀ ਹੈ। ਅੱਗੇ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਪ੍ਰਿੰਟਡ ਆਊਟਪੁੱਟ ਫਰੋਮ ਦਾ ਕੰਪਿਊਟਰ। ਤਾਂ ਰਾਜੇ ਜਿਹੜੀ ਸੌਫਟ ਕਾਪੀ ਹੁੰਦੀ ਹੈ ਉਹ ਤਾਂ ਆਪਾਂ ਸਿਰਫ ਮੋਨੀਟਰ ਤੇ ਦੇਖ ਸਕਦੇ ਹਾਂ, ਲੇਕਿਨ ਜਿਹੜੀ ਪ੍ਰਿੰਟਡ ਕਾਪੀ ਹੁੰਦੀ, ਜਿਹੜੀ ਆਪਾਂ ਪ੍ਰਿੰਟਰ ਦੇ ਨਾਲ ਕੱਢਦੇ ਆ, ਤਾਂ ਉਹ ਹੈਗੀ ਜੀ ਹਾਰਡ ਕਾਪੀ। ਕਿਉਂਕਿ ਪ੍ਰਿੰਟਰ ਕੀ ਕਰਦਾ ਰਾਜੇ? ਸੌਫਟ ਕਾਪੀ ਟੂ ਹਾਰਡ ਕਾਪੀ ਕੱਢਦਾ। ਤਾਂ ਇਹ ਸੀਗਾ ਜੀ ਅੱਜ ਦਾ ਪੇਪਰ ਤੁਹਾਡਾ ਕਲਰਕ ਮਾਰਨਿੰਗ ਦਾ। ਕੱਲ ਲੈ ਕੇ ਆਉਂਗਾ ਜੀ ਮੈਂ ਈਵਨਿੰਗ ਦਾ ਪੇਪਰ। ਤਾਂ ਧੰਨਵਾਦ ਜੀ ਸਾਰਿਆਂ ਨੇ। ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ, ਸ਼ੇਅਰ ਕਰ ਦਿਆ ਕਰੋ, ਤੇ ਚੈਨਲ ਨੂੰ ਵੱਧ ਤੋਂ ਵੱਧ ਬੱਚਿਆਂ ਨੂੰ ਸਬਸਕ੍ਰਾਈਬ ਕਰਾਓ, ਤਾਂ ਜੋ ਸਾਰੇ ਬੱਚੇ ਤਿਆਰੀ ਕਰ ਸਕਣ ਤੇ ਆਪਣਾ ਮਿਸ਼ਨ ਸਰਕਾਰੀ ਨੌਕਰੀ ਜਿਹੜਾ 2022 ਹੈ ਉਹ ਪੂਰਾ ਕਰ ਸਕਣ, ਤਾਂ ਜੋ ਹਰ ਇੱਕ ਬੱਚੇ ਨੂੰ ਕੀ ਹੈ ਨੌਕਰੀ ਮਿਲੇ, ਜਿਹੜਾ ਕਿ ਤਨ ਮਨ ਤੋਂ ਆਪਣੀ ਕੀ ਕਰ ਰਿਹਾ? ਤਿਆਰੀ ਕਰ ਰਿਹਾ। ਤਾਂ ਸ਼ੁਕਰੀਆ ਜੀ। ਸਰਬਤ ਦਾ ਭਲਾ ਬਾਬਾ ਮਿਹਰ ਕਰੇ।